ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਆਪਨੜੈ ਹੱਥ ਆਰਸੀ, ਆਪੇ ਹੀ ਦੇਖੈ। ਆਪੇ ਦੇਖ ਦਿਖਾਏਂਦਾ, ਛੇ ਦਰਸ਼ਨ ਭੇਖੈ। ਜੇਹਾ ਮੂੰਹ ਕਰ ਭਾਲੇ ਦਾ, ਤੇ ਵੇ ਹੈ ਲੇਖੈ। ਹੱਸਦੇ ਹੱਸਦਾ ਦੇਖੀਐ, ਸੋ ਰੂਪ ਸਰੇਖੈ। ਰੋਂਦੇ ਦਿਸੇ ਰੋਮਦਾ, ਹੋਏ ਨਿਮਖ ਨਿਮੇਖੈ। ਆਪੇ ਆਪ ਵਰਤਦਾ, ਸਤ ਸੰਗ ਵਿਸੇਖੈ। ਆਪੇ ਆਪ ਵਰਤਦਾ, ਸਤ ਸੰਗ ਵਿਸੇਖੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ਼ ਸ਼ਹਿਨਸ਼ਾਹ ਹਜ਼ੂਰ ਦਾਤਾਰ ਪਾਤਸ਼ਾਹ ਜੀ ਦੀ ਬੇਅੰਤ ਰਹਿਮਤ ਦੇ ਸਦਕਾ, ਜੋ ਭਾਈ ਗੁਰਦਾਸ ਸਾਹਿਬ ਜੀ ਦੀ ਇਸ ਪਾਵਨ ਰਚਨਾ, ਜੋ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੇ, ਜੋ ਪਾਵਨ ਲੜੀ ਦੇ ਤਹਿਤ ਵਿਚਾਰ ਪ੍ਰਾਰੰਭ ਹੋਈ, ਪਿਛਲੇ ਦੀਵਾਨਾਂ ਅੰਦਰ ਪਹਿਲੀ ਵਾਰ ਦੀ ਸੰਪੂਰਨਤਾ ਹੋਈ। ਅੱਜ ਦੂਸਰੀ ਵਾਰ ਦੀ ਪਹਿਲੀ ਪੌੜੀ ਦਾ ਪਾਠ ਆਪਾਂ ਸਰਵਣ ਕੀਤਾ ਹੈ। ਸੋ ਆਓ ਇਸ ਪਾਵਨ ਪੌੜੀ ਦੀ ਵਿਚਾਰ ਪ੍ਰਾਰੰਭ ਕਰੀਏ। ਅਰਦਾਸ ਕਰੋ ਮਾਲਕ ਹਜ਼ੂਰ ਪਾਤਸ਼ਾਹ ਸਾਨੂੰ ਸਮੱਤ ਦੀ ਦਾਤ ਬਖਸ਼ ਕੇ ਆਪ ਇਸ ਕਾਰਜ ਨੂੰ ਵਿੱਚ ਵਰਤ ਕੇ ਸੰਪੂਰਨਤਾ ਬਖਸ਼ਿਸ਼ ਕਰਿਓ। ਜਿਤਨੇ ਆਪ ਜੀ ਸਰਵਣ ਕਰ ਰਹੇ ਹੋ, ਆਓ ਪਿਆਰ ਸਹਿਤ ਉਚਾਰਨ ਕਰੋ। ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਆਪਨੜੈ ਹੱਥ ਆਰਸੀ, ਆਪੇ ਹੀ ਦੇਖੈ। ਸੋ ਗਰੀਬ ਨਵਾਜ਼ ਅਕਾਲ ਪੁਰਖ ਪਰਮੇਸ਼ਰ ਦੇ ਪ੍ਰਥਾਏ ਇਸ ਪਾਵਨ ਦੂਸਰੀ ਵਾਰ ਦੀ ਪਹਿਲੀ ਪੌੜੀ ਦੇ ਵਿੱਚ ਮੰਗਲਾਚਰਨ ਕਰਦੇ ਨੇ। ਉਹ ਅਕਾਲ ਪੁਰਖ ਪਰਮੇਸ਼ਰ ਜਿਹੜਾ ਹੈ, ਉਹ ਸੰਸਾਰ ਨੂੰ ਰਚਦਾ ਹੈ। ਸੰਸਾਰ ਨੂੰ ਰਚਣ ਤੋਂ ਬਾਅਦ ਇਸ ਸੰਸਾਰ ਦੇ ਵਿੱਚ ਆਪ ਇਨ ਬਿਨ ਸੰਸਾਰ ਦਾ ਰੂਪ ਹੋ ਕਰਕੇ ਟਿਕਿਆ ਹੈ। ਸਾਗਰ ਦੇ ਵਿੱਚ ਬੂੰਦ ਤੇ ਬੂੰਦ ਦੇ ਵਿੱਚ ਸਾਗਰ ਦੀ ਤਰ੍ਹਾਂ ਓਤ-ਪੋਤ ਹੋਇਆ ਹੈ। ਸੋ ਇਸ ਪਹਿਲੀ ਪੌੜੀ ਦੇ ਅੰਦਰ ਜ਼ਿਕਰ ਕਰਦੇ ਨੇ ਕਿ ਉਹ ਕਰਤੇ ਅਕਾਲ ਪੁਰਖ ਪਰਮੇਸ਼ਰ ਈਸ਼ਵਰ ਦੇ ਆਪਣੇ ਹੀ ਹੱਥ ਦੇ ਵਿੱਚ ਆਰਸੀ। ਆਰਸੀ ਦਾ ਅਰਥ ਹੁੰਦਾ ਸ਼ੀਸ਼ਾ। ਬੇਅੰਤ ਦਫਾ ਬਾਣੀ ਦੇ ਅੰਦਰ ਵੀ ਆਰਸੀ ਸ਼ਬਦ ਜਿਹੜਾ ਹੈ ਉਹ ਸ਼ੀਸ਼ੇ ਦੇ ਨਿਮਿਤ ਅਰਥ ਵਿੱਚ ਹੈ। ਸੋ ਅਕਾਲ ਪੁਰਖ ਪਰਮੇਸ਼ਰ ਦੇ ਆਪਣੇ ਹੱਥ ਵਿੱਚ ਇਹ ਸੰਸਾਰ ਦਾ ਸ਼ੀਸ਼ਾ ਹੈ। ਇਹ ਆਪ ਹੀ ਪਰਮੇਸ਼ਰ ਜਿਹੜਾ ਉਸ ਨੂੰ ਦੇਖਦਾ ਹੈ, ਅਤੇ ਆਪ ਸਾਰੇ ਸੰਸਾਰ ਨੂੰ, ਇਹ ਜਿਹੜਾ ਸ਼ੀਸ਼ਾ ਉਹਦੇ ਹੱਥ ਦੇ ਵਿੱਚ ਹੈ, ਸੰਸਾਰ ਇੱਕ ਸ਼ੀਸ਼ਾ ਹੈ, ਇਹਨੂੰ ਆਪ ਹੀ ਪਰਮੇਸ਼ਰ ਜਿਹੜਾ ਉਹ ਦੇਖ ਰਿਹਾ ਹੈ। ਜਿਵੇਂ ਆਪਣੇ ਹੱਥ ਵਿੱਚ ਸ਼ੀਸ਼ਾ ਹੋਵੇ ਕੋਈ, ਤੇ ਆਪਾਂ ਉਹਨੂੰ ਆਪ ਦੇਖ ਰਹੇ ਹੋਈਏ। ਇਸ ਤਰ੍ਹਾਂ ਸੰਸਾਰ ਦਾ ਸ਼ੀਸ਼ਾ, ਜਿਵੇਂ ਬਾਹਰੀ ਸ਼ੀਸ਼ਾ ਸਾਨੂੰ ਸਾਡਾ ਚਿਹਰਾ ਜਿਹੜਾ ਹੈ, ਸਾਡਾ ਰੂਪ ਹੂਬਹੂ ਦਿਖਾਉਂਦਾ ਹੈ, ਇਹ ਸੰਸਾਰ ਵੀ ਪਰਮੇਸ਼ਰ ਦਾ ਸ਼ੀਸ਼ਾ ਹੈ, ਤੇ ਉਹ ਇਹਦੇ ਵਿੱਚੋਂ ਆਪਣੇ ਰੂਪ ਨੂੰ ਤੱਕਦਾ ਹੈ। ਕਿਉਂਕਿ ਆਪਾਂ ਜਿਤਨੇ ਜੀਵ ਹਾਂ, ਸਭ ਸਾਹਿਬ ਦੀ ਬਾਣੀ ਬਚਨ ਕਹਿੰਦੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਪਰਮਾਤਮਾ ਨੇ ਜਦੋਂ ਆਪਣਾ ਸਰੂਪ ਦੇਖਣਾ ਤਾਂ ਉਹ ਸੰਸਾਰ ਦੇ ਵਿੱਚੋਂ ਹੀ ਆਪਣੇ ਰੂਪ ਨੂੰ ਦੇਖਦਾ ਹੈ। ਸੋ ਇਸ ਤਰ੍ਹਾਂ ਭਾਈ ਸਾਹਿਬ ਜੀ ਜ਼ਿਕਰ ਕਰਦੇ, ਪਰਮੇਸ਼ਰ ਦੇ ਹੱਥ ਵਿੱਚ ਸੰਸਾਰ ਦਾ ਸ਼ੀਸ਼ਾ ਹੈ, ਆਪ ਹੀ ਇਹਨੂੰ ਦੇਖਦਾ ਹੈ। ਆਪੇ ਦੇਖ ਦਿਖਾਏਂਦਾ, ਛੇ ਦਰਸ਼ਨ ਭੇਖੈ। ਫਿਰ ਆਪ ਦੇਖ ਕੇ ਭਾਵੇਂ ਸਾਰਾ ਕੁਝ ਜਿਹੜਾ ਰਚ ਕੇ ਤੇ ਦਿਖਾਏਂਦਾ, ਛੇ ਦਰਸ਼ਨ ਭੇਖੈ, ਭਾਵ ਜਿਹੜੇ ਛੇ ਦਰਸ਼ਨਾਂ ਦੇ ਸਾਰੇ ਭੇਖ ਹਨ, ਉਹਨਾਂ ਸਾਰੇ ਲੋਕਾਂ ਨੂੰ ਦਿਖਾਉਂਦਾ ਵੀ ਹੈ। ਜਿਵੇਂ ਸੰਸਾਰੀ ਉਦਾਹਰਨ ਨਾਲ ਲੈ ਕੇ ਚੱਲੀਏ, ਆਪਣੇ ਕੋਲ ਸ਼ੀਸ਼ਾ, ਆਪਾਂ ਦੂਸਰੇ ਨੂੰ ਵੀ ਦਿਖਾ ਦਈਏ, ਉਹਦੇ ਵਿੱਚੋਂ ਉਹਨੂੰ ਵੀ ਆਪਣਾ ਚਿਹਰਾ ਜਿਹੜਾ ਉਹ ਦਿਸ ਪਵੇ। ਸੋ ਇਸ ਤਰ੍ਹਾਂ ਅਕਾਲ ਪੁਰਖ ਪਰਮੇਸ਼ਰ ਛੇ ਦਰਸ਼ਨ ਸਾਧੂ ਸਮਾਜ ਜਿਹੜਾ ਹੈ, ਚਾਹੇ ਇੰਝ ਕਹਿ ਲਈਏ ਸਾਰੀ ਧਰਤੀ ਦੀ ਲੋਕਾਈ ਦੇ ਜਿਹੜੇ ਜੀਵ ਨੇ, ਇਹਨਾਂ ਨੂੰ
ਜਿਸ ਦਿਨ ਇਹ ਸ਼ੀਸ਼ੇ ਦੇ ਵਿੱਚੋਂ ਉਹਨਾਂ ਦਾ ਰੂਪ ਪਰਮੇਸ਼ਰ ਦਿਖਾਉਂਦਾ ਹੈ। ਫਿਰ ਥੋੜ੍ਹਾ ਸਮਝਿਓ ਇਸ ਗੱਲ ਨੂੰ, ਕਿਉਂਕਿ ਜਦੋਂ ਆਪਾਂ ਆਪਣੇ ਰੂਪ ਨੂੰ ਤੱਕਣਾ ਹੈ, ਇੱਕ ਤਾਂ ਆਪਣੇ ਸਵੈ ਸਰੂਪ ਦੇ ਵਿੱਚ ਜਾ ਕੇ ਸਾਨੂੰ ਆਪਣਾ ਸਰੂਪ ਦਿਸਦਾ ਹੈ। ਉਸ ਤੋਂ ਬਾਅਦ ਆ ਜਿਹੜਾ ਸੰਸਾਰ ਹੈ, ਅੱਗੇ ਵੀ ਜ਼ਿਕਰ ਆਏਗਾ ਕਿ ਸੰਸਾਰ ਕਿਵੇਂ ਸ਼ੀਸ਼ੇ ਦੀ ਤਰ੍ਹਾਂ ਹੈ। ਸੋ ਖੈਰ, ਸੰਸਾਰ ਦੇ ਵਿੱਚੋਂ ਵੀ ਆਪਾਂ ਨੂੰ ਆਪਣਾ ਅਸਲ ਸਰੂਪ ਜਿਹੜਾ ਉਹ ਦਿਸਦਾ ਹੈ ਵੀ ਆਪਾਂ ਕੀ ਹਾਂ। ਸੋ ਇਸ ਤਰ੍ਹਾਂ ਪਰਮੇਸ਼ਰ ਆਪੇ ਦੇਖ ਦਿਖਾਏਂਦਾ ਆਪ ਸਾਨੂੰ ਇਸ ਸੰਸਾਰ ਵਿੱਚੋਂ ਆਪਣਾ ਵੀ ਰੂਪ ਦਿਖਾਉਂਦਾ ਹੈ ਤੇ ਸਾਡਾ ਵੀ ਸਰੂਪ ਜਿਹੜਾ ਉਹ ਸਾਨੂੰ ਦਿਸਦਾ ਹੈ। ਜਿਹਾ ਮੂੰਹ ਕਰ ਭਾਲੇ ਦਾ ਤੇ ਵੇਹੈ ਲੇਖੈ। ਤੇ ਅੱਗੋਂ ਜਿਹਾ ਭਾਵ ਜਿਸ ਤਰ੍ਹਾਂ ਦਾ ਵੀ ਕੋਈ ਸੰਸਾਰ ਦੇ ਵਿੱਚ ਮੂੰਹ ਕਰਕੇ ਦੇਖਦਾ ਹੈ ਤੇ ਵੇਹੈ ਲੇਖੈ, ਉਹੋ ਜਿਹਾ ਉਹਦਾ ਲੇਖੇ ਵਿੱਚ ਪੈਂਦਾ ਹੈ। ਕਿਉਂਕਿ ਬਾਹਰੀ ਸ਼ੀਸ਼ੇ ਵਿੱਚ ਜਿਵੇਂ ਦਾ ਮੂੰਹ ਕਰਕੇ ਵੇਖੋਗੇ ਉਵੇਂ ਦਾ ਹੀ ਤੁਹਾਨੂੰ ਉਹਦੇ ਵਿੱਚ ਦਿਸ ਪਵੇਗਾ। ਸੋ ਸੰਸਾਰ ਦੇ ਵਿੱਚ ਜਿਸ ਤਰ੍ਹਾਂ ਦੇ ਕਰਮ ਕਰਕੇ ਸੰਸਾਰ ਨੂੰ ਜਿਸ ਭਾਵਨਾ ਦੇ ਨਾਲ ਵੇਖਾਂਗੇ, ਉਹੀ ਸਾਡੇ ਕੀਤੇ ਹੋਏ ਕਰਮ ਜਿਹੜੇ ਲੇਖੇ ਵਿੱਚ ਪੈ ਜਾਂਦੇ ਨੇ, ਉਸੇ ਤਰ੍ਹਾਂ ਦੇ ਲੇਖੇ ਵਿੱਚ ਪੈਂਦੇ ਨੇ। ਮੰਦੇ ਅਮਲ ਕਰਾਂਗੇ ਤਾਂ ਮੰਦੇ ਲੇਖੇ ਜਿਹੜੇ ਨੇ ਉਹ ਲੇਖਿਆਂ 'ਚ ਪੈ ਜਾਣਗੇ, ਚੰਗੇ ਚੰਗਿਆਂ ਵਿੱਚ ਪੈ ਜਾਣਗੇ। ਸੋ ਇਸ ਤਰ੍ਹਾਂ ਫਿਰ ਅੱਗੇ ਜ਼ਿਕਰ ਕਰਕੇ ਸਮਝਾਉਂਦੇ, ਹੱਸਦੇ ਹੱਸਦਾ ਦੇਖੀਐ ਸੋ ਰੂਪ ਸਰੇਖੈ। ਹੱਸਦੇ ਨੂੰ ਹੱਸਦਾ ਨਜ਼ਰ ਆਉਂਦਾ ਹੈ। ਸ਼ੀਸ਼ੇ ਦੇ ਸਾਹਮਣੇ ਤੁਸੀਂ ਹੱਸਦੇ ਹੋਵੋ ਤਾਂ ਤੁਹਾਨੂੰ ਸ਼ੀਸ਼ੇ ਦੇ ਵਿੱਚ ਆਪਣਾ ਸਰੂਪ, ਆਪਣਾ ਪ੍ਰਤੀਬਿੰਬ ਹੱਸਦਾ ਨਜ਼ਰ ਆਏਗਾ। ਜਿਸ ਤਰ੍ਹਾਂ ਦਾ ਵੀ ਚਿਹਰਾ ਵਿੰਗਾ ਟੇਢਾ ਬਣਾ ਲਵਾਂਗੇ, ਉਸੇ ਤਰ੍ਹਾਂ ਦਾ ਸ਼ੀਸ਼ੇ ਦੇ ਵਿੱਚ ਸਾਨੂੰ ਦਿਸ ਆਉਂਦਾ ਹੈ। ਸੰਸਾਰ ਨੂੰ ਹੱਸ ਕੇ ਦੇਖੋਗੇ ਤੇ ਤੁਹਾਨੂੰ ਸਾਰਾ ਸੰਸਾਰ ਹੱਸਦਾ ਨਜ਼ਰ ਹੀ ਆਏਗਾ। ਜਿਸ ਤਰ੍ਹਾਂ ਹਰੇ ਰੰਗ ਦੀ ਐਨਕ ਲਾ ਲਓ ਤੇ ਤੁਹਾਨੂੰ ਸਾਰੇ ਪਾਸੇ ਹਰਿਆਲੀ ਦਿਸੇਗੀ। ਕਾਲੇ ਰੰਗ ਦੀ ਲੱਗੀ ਹੋਵੇ ਤੇ ਸਾਰੇ ਪਾਸੇ ਕਾਲਾ ਪਾਣੀ, ਦਿਨੇ ਬੰਦੇ ਨੂੰ ਰਾਤ ਪਈ ਦਿਸਦੀ ਹੈ। ਸੋ ਇਸੇ ਤਰ੍ਹਾਂ ਦਾ ਸੰਸਾਰ ਹੈ, ਜਿਹਨੂੰ ਸਾਹਿਬ ਬਾਣੀ ਅੰਦਰ ਇੰਜ ਵੀ ਕਹਿੰਦੇ ਨੇ ਕਿ ਇੱਕ ਤਾਂ ਅਧਿਆਤਮਿਕ ਮੰਡਲ ਦੇ ਅੰਦਰ ਵੀ ਉੱਡਤੇ ਕੋ ਉੱਡਤਾ ਮਿਲੈ, ਉਹ ਸੁਰਤ ਦੀ ਉਡਾਰੀ ਦੇ ਵਿੱਚ ਵੀ ਗੱਲ ਹੈ। ਬਾਕੀ ਸੰਸਾਰ ਦੇ ਵਿੱਚ ਵੀ ਜਦੋਂ ਦੇਖਾਂਗੇ ਤੇ ਹੁਣ ਜਿਹੜਾ ਰੋਂਦਾ ਹੈ ਉਹਨੂੰ ਸਾਰੇ ਲੋਕ ਜਿਹੜੇ ਨੇ ਉਹ ਰੋਂਦੇ ਦਿਸਦੇ ਨੇ। ਇਸੇ ਲਈ ਅੱਗੇ ਵਾਰਾਂ 'ਚ ਆਪਾਂ ਜ਼ਿਕਰ ਪੜ੍ਹਾਂਗੇ ਕਿ ਸੰਸਾਰ ਜਿਹੜਾ ਹੈ, ਇਹਨੂੰ ਜਿਸ ਤਰ੍ਹਾਂ ਵੀ ਦੇਖੋਗੇ, ਬੁਰਾ ਨਾ ਕੋਈ ਯੁਧਿਸ਼ਟਰ ਹੈ, ਦੁਰਯੋਧਨ ਕੋਈ ਭਲਾ ਨਾ ਸਿਖਾਵੈ। ਸੋ ਇਸ ਤਰ੍ਹਾਂ ਉਹਨਾਂ ਦਾ ਵੀ ਜ਼ਿਕਰ ਆਊਗਾ ਕਿ ਇੱਕ ਨੂੰ ਸਾਰੇ ਲੋਕ ਜਿਹੜੇ ਉਹ ਸੁਖੀ ਦਿਸੇ ਤੇ ਇੱਕ ਨੂੰ ਸਾਰੇ ਲੋਕ ਜਿਹੜੇ ਉਹ ਦੁਖੀ ਦਿਸੇ। ਸੋ ਇੱਥੇ ਭਾਈ ਸਾਹਿਬ ਸਮਝਾਉਂਦੇ ਨੇ, ਸੋ ਰੂਪ ਸਰੇਖਾ, ਭਾਵ ਉਹੀ ਰੂਪ ਜਿਹੜਾ ਉਹ ਸਾਰਖਾ ਆਉਂਦਾ, ਉਹੀ ਪ੍ਰਤੀਬਿੰਬ ਜਿਹੜਾ ਹੈ ਸਾਨੂੰ ਉਹ ਅੱਗੋਂ ਸਾਨੂੰ ਪ੍ਰਾਪਤ ਹੋ ਜਾਂਦਾ ਹੈ। ਰੋਂਦੇ ਦਿਸੇ ਰੋਮ ਦਾ ਹੋਏ ਨਿਮਖ ਨਿਮੇਖੈ। ਰੋਂਦੇ ਮਨੁੱਖ ਨੂੰ ਹਰ ਕੋਈ ਸਾਹਮਣੇ ਉਹ ਰੋਂਦਾ ਹੀ ਦਿਸਦਾ ਹੈ। ਤੇ ਨਿਮਖ ਨਿਮੇਖੈ ਭਾਵ ਇੱਕ ਨਿਮਖ ਦੇ ਅੰਦਰ, ਜਿਵੇਂ ਪਲਕਾਂ ਨੂੰ ਮਾਰ ਕੇ ਆਪਾਂ ਖੋਲ੍ਹਦੇ ਹਾਂ, ਜਿਵੇਂ ਕਹੀਏ ਆਪਾਂ ਪਲਕਾਂ ਜਦੋਂ ਝਪਕਦੇ ਹਾਂ, ਨਿਮਖ ਮਾਤਰ ਸਮਾਂ ਇਹਦੇ 'ਚ ਲੱਗਦਾ, ਸੈਕਿੰਡ ਵੀ ਨਹੀਂ ਲੱਗਦਾ। ਸੋ ਉਸੇ ਤਰ੍ਹਾਂ ਜਿਵੇਂ ਇਹਨਾਂ ਅੱਖਾਂ ਦੇ ਮਟੱਕੇ ਵੱਜਦੇ ਨੇ, ਭਾਵ ਅੱਖਾਂ ਖੁੱਲ੍ਹਦੀਆਂ ਬੰਦ ਹੁੰਦੀਆਂ ਨੇ, ਉਸੇ ਤਰ੍ਹਾਂ ਆ ਸੰਸਾਰ ਹੈ। ਰੋਂਦਿਆਂ ਨੂੰ ਰੋਂਦੇ ਦਿਸੀ ਜਾਂਦੇ ਨੇ, ਹੱਸਦਿਆਂ ਨੂੰ ਹੱਸਦੇ ਦਿਸੀ ਜਾਂਦੇ ਨੇ। ਇੱਕ ਨਿਮਖ ਦੇ ਵਿੱਚ ਸਾਰਾ ਕੁਝ ਜਿਹੜਾ ਉਹ ਬਦਲਦਾ ਬਣਦਾ ਪਿਆ ਹੈ। ਸੋ ਅੱਗੇ ਜ਼ਿਕਰ ਕਰਦੇ, ਆਪੇ ਆਪ ਵਰਤਦਾ ਸਤ ਸੰਗ ਵਿਸੇਖੈ। ਪਰ ਉਹ ਕਰਤਾ ਅਕਾਲ ਪੁਰਖ ਆਪ ਹੀ ਆਪ ਸਾਰੇ ਪਾਸੇ ਪਰਮੇਸ਼ਰ ਜਿਹੜਾ ਉਹ ਵਰਤਦਾ। ਪਰੰਤੂ ਜਦੋਂ ਸਤ ਸੰਗ ਵਿਸੇਖ ਹੈ, ਸਤ ਸੰਗਤ ਦੇ ਵਿੱਚ ਉਹ ਵਿਸ਼ੇਸ਼ ਰੂਪ ਦੇ ਵਿੱਚ ਹੋ ਕੇ ਵਰਤਦਾ ਹੈ। ਜਿਸ ਤਰ੍ਹਾਂ ਪਾਣੀ ਤੇ ਸਾਰੀ ਧਰਤੀ ਦੇ ਵਿੱਚ ਹੈ, ਪਰ ਜਦੋਂ ਤੁਸੀਂ ਕਿਸੇ ਖੂਹ ਤੇ ਜਾਓਗੇ ਉੱਥੋਂ ਪ੍ਰਤੱਖ ਮਿਲੇਗਾ। ਨਦੀ ਦੇ ਕਿਨਾਰੇ ਜਾਓ, ਦਰਿਆ ਸਮੁੰਦਰ ਦੇ ਕਿਨਾਰੇ ਤੇ ਜਾਓ, ਪਾਣੀ ਤੇ ਸਾਰੀ ਧਰਤੀ ਦੇ ਵਿੱਚ ਹੈ, ਪਰ ਦਰਿਆ ਸਮੁੰਦਰ ਦੇ ਕਿਨਾਰੇ ਤੇ ਤੁਹਾਨੂੰ ਜ਼ਾਹਰ ਰੂਪ ਦੇ ਵਿੱਚ, ਪ੍ਰਤੱਖ ਰੂਪ ਦੇ ਵਿੱਚ ਉਹ ਵਰਤਦਾ ਦਿਸਦਾ ਹੈ। ਇਸੇ ਤਰ੍ਹਾਂ ਪਰਮਾਤਮਾ ਤੇ ਕਣ ਕਣ ਦੇ ਅੰਦਰ ਵਿਆਪਕ ਹੈ। ਘਟ ਘਟ ਮੈਂ ਹਰ ਜੂ ਬਸੇ ਸੰਤਨ ਕਹਿਓ ਪੁਕਾਰ। ਸੋ ਉਹ ਤੇ ਕਣ ਕਣ ਦੇ ਅੰਦਰ ਰਮਿਆ ਹੈ। ਕੋਈ ਐਸਾ ਇਸ ਸ੍ਰਿਸ਼ਟੀ ਦਾ ਕਣ ਜ਼ਰਰਾ ਨਹੀਂ ਜਿਹਦੇ ਵਿੱਚ ਉਹ ਨਹੀਂ ਹੈ। ਪਰ ਸਤ ਸੰਗਤ ਦੇ ਵਿੱਚ ਉਹ ਪ੍ਰਤੱਖ ਰੂਪ ਦੇ ਵਿੱਚ ਸਾਹਮਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਵਿੱਚ ਉਹ ਸਿੰਘਾਸਨਾਂ ਤੇ ਚੌਂਕੜਾ ਮਾਰ ਕੇ ਬੈਠਾ ਹੈ। ਸਤ ਸੰਗਤ ਦੇ ਵਿੱਚ ਉਹ ਪ੍ਰਤੱਖ ਰੂਪ ਦੇ ਵਿੱਚ ਸਾਰਿਆਂ ਦੇ ਵਿੱਚ ਆ ਕੇ ਵਰਤਦਾ ਹੈ। ਸਤ ਸੰਗਤ ਦੇ ਵਿੱਚ ਉਹਦੇ ਦੀਦਾਰ ਨੇ, ਜਿਹਨੂੰ ਬਚਨ ਪੜ੍ਹਦੇ ਹਾਂ, ਵਿੱਚ ਸੰਗਤ
ਹਰ ਪ੍ਰਭ ਵਸੈ ਜੀਉ। ਸੋ ਇਸ ਪਹਿਲੀ ਪੌੜੀ ਦੇ ਵਿੱਚ ਮੰਗਲਾਚਰਨ ਇਹੀ ਕਰਦੇ ਨੇ ਕਿ ਪ੍ਰਮਾਤਮਾ ਸਾਰੇ ਸੰਸਾਰ ਦੇ ਸ਼ੀਸ਼ੇ ਨੂੰ ਉਹਨੇ ਪਕੜਿਆ। ਇਸ ਸ਼ੀਸ਼ੇ ਦੇ ਵਿੱਚ ਉਹ ਆਪਣਾ ਵੀ ਸਰੂਪ ਦੇਖਦਾ ਹੈ ਤੇ ਸਾਨੂੰ ਵੀ ਆਪਣਾ ਸਰੂਪ ਤੇ ਸਾਡਾ ਜੋ ਰੂਪ ਉਹ ਦਿਖਾਉਂਦਾ ਹੈ। ਸੋ ਭਾਈ ਸੰਸਾਰ ਨੂੰ ਜਿਸ ਤਰ੍ਹਾਂ ਤੱਕੋਗੇ, ਜੇ ਸੰਸਾਰ ਨੂੰ ਪਰਮੇਸ਼ਰ ਰੂਪ ਕਰਕੇ ਵੇਖੋਗੇ ਤੇ ਇੱਕ ਇੱਕ ਜੀਵ ਤੁਹਾਨੂੰ ਪਰਮੇਸ਼ਰ ਦੀ ਅੰਸ਼ ਵੰਸ਼ ਪ੍ਰਤੀਤ ਹੋਏਗਾ। ਸੰਸਾਰ ਨੂੰ ਦੁੱਖਾਂ ਦੇ ਸਮਾਨ ਦੇਖੋਗੇ ਤੇ ਸਾਰਾ ਸੰਸਾਰ ਤੁਹਾਨੂੰ ਦੁਖੀ ਮਿਲੇਗਾ। ਜਿਹਨੂੰ ਬਾਣੀ ਅੰਦਰ ਬਚਨ ਪੜ੍ਹਦੇ ਹੋ ਕਿ ਰੋਗੀ ਕੈ ਭਾਣੈ ਸਭ ਰੋਗੀ, ਸੁਖੀਏ ਕੋ ਪੇਖੈ ਸਭ ਸੁਖੀਆ, ਰੋਗੀ ਕੈ ਭਾਣੈ ਸਭ ਰੋਗੀ। ਸੋ ਇਸੇ ਤਰ੍ਹਾਂ ਇਹ ਸੰਸਾਰ ਹੈ। ਪਰਮੇਸ਼ਰ ਸਾਰਿਆਂ ਦੇ ਵਿੱਚ ਹੀ ਵਰਤਦਾ ਹੈ, ਪਰ ਸੰਗਤ ਦੇ ਵਿੱਚ ਉਹ ਵਿਸ਼ੇਸ਼ ਰੂਪ ਵਿੱਚ ਬੈਠਾ ਹੈ। ਅੱਗੇ ਦੂਸਰੀ ਪਾਵਨ ਪੌੜੀ ਦੇ ਵਿੱਚ ਫਿਰ ਵਾਜੰਤਰੀ ਦਾ ਦ੍ਰਿਸ਼ਟਾਂਤ ਦਿੰਦੇ ਨੇ। ਵਾਜੰਤਰੀ ਭਾਵ ਇੱਕ ਸਾਜ਼ ਨੂੰ ਵਜਾਉਣ ਵਾਲਾ ਜਿਹੜਾ ਹੈ, ਸਾਜ਼ ਉਹਨੂੰ ਵਜਾਉਣ ਵਾਲਾ, ਉਹਦੇ ਚੋਂ ਨਿਕਲਦੀ ਧੁਨੀ, ਉਹਦੇ ਚੋਂ ਨਿਕਲਦੇ ਸੰਗੀਤ, ਇਹਨਾਂ ਸਾਰੀਆਂ ਚੀਜ਼ਾਂ ਦਾ ਸੁਮੇਲ ਕਰਕੇ ਭਾਈ ਸਾਹਿਬ ਜੀ ਬੜਾ ਪਿਆਰਾ ਦ੍ਰਿਸ਼ਟਾਂਤ ਦਿੰਦੇ ਨੇ। ਜਿਉਂ ਜੰਤਰੀ ਹੱਥ ਜੰਤਰ ਲੈ ਸਭ ਰਾਗ ਵਜਾਏ, ਜਿਵੇਂ ਹੱਥ ਦੇ ਵਿੱਚ ਵਾਜਾ ਲੈ ਕੇ ਵਜਾਉਣ ਵਾਲਾ ਜਿਹੜਾ ਉਹਨੂੰ ਵਜਾਉਂਦਾ ਹੈ। ਰਾਗੀ ਸਿੰਘ ਹਾਰਮੋਨੀਅਮ ਲੈ ਕੇ ਵਜਾਉਂਦੇ ਨੇ, ਜਾਂ ਕੋਈ ਤੰਤੀ ਸਾਜ਼ਾਂ ਤੇ ਪੁਰਾਤਨ ਮਰਿਆਦਾ ਸੀ ਜੋ ਗੁਰੂ ਘਰ ਦੀ, ਤੰਤੀ ਸਾਜ਼ਾਂ ਤੇ ਕੀਰਤਨ ਕਰਦੇ ਨੇ। ਕਿਸੇ ਦੇ ਕੋਲ ਰਬਾਬ ਹੈ, ਕੋਈ ਦਿਲਰੂਬਾ ਤੇ ਕਰਦਾ ਹੈ, ਕੋਈ ਸਰੰਦੇ ਤੇ ਕਰ ਰਿਹਾ ਹੈ। ਸੋ ਇਸ ਤਰ੍ਹਾਂ ਜਿਵੇਂ ਉਸ ਸਾਜ਼ ਨੂੰ ਵਜਾਉਣ ਵਾਲਾ ਆਪਣੇ ਹੱਥ ਦੇ ਵਿੱਚ ਲੈ ਕੇ ਵਜਾਉਂਦਾ ਹੈ, ਸਭ ਰਾਗ ਵਜਾਏ, ਉਹਦੇ ਉੱਤੇ ਉਹ 7 ਸੁਰਾਂ ਦੇ ਉੱਤੇ ਸਾਰੇ ਰਾਗ ਜਿਹੜੇ ਉਹ ਗਾ ਦਿੰਦਾ ਹੈ। ਇਸੇ ਤਰ੍ਹਾਂ ਤੰਤੀ ਸਾਜ਼ ਵਾਲਾ 7 ਸੁਰਾਂ ਦੇ ਉੱਤੇ ਸਾਰੇ ਰਾਗ ਜਿਹੜੇ ਉਹ ਗਾ ਦਿੰਦਾ ਹੈ। ਤੇ ਵੈਸੇ ਹੁਣ ਕੋਈ ਸਾਜ਼ ਪਿਆ ਹੈ ਤੁਹਾਡੇ ਕੋਲ, ਉਹ ਭਾਵੇਂ ਸਾਲਾਂ ਤੱਕ ਪਿਆ ਰਵੇ, ਜਿੰਨਾ ਚਿਰ ਉਹਨੂੰ ਵਜਾਓਗੇ ਨਹੀਂ ਉਹਦੇ 'ਚੋਂ ਕੋਈ ਰਾਗ ਨਹੀਂ ਨਿਕਲੇਗਾ। ਉਹਨੂੰ ਵਜਾਓਗੇ ਤਾਂ ਦੁਨੀਆ ਦਾ ਸੰਗੀਤ ਉਹਦੇ ਵਿੱਚ ਪਿਆ ਹੋਇਆ ਹੈ। ਸੋ ਇਸ ਤਰ੍ਹਾਂ ਕਹਿੰਦੇ ਜਿਵੇਂ ਜੰਤਰੀ ਜਿਹੜਾ ਹੈ ਆਪਣੇ ਹੱਥ ਦੇ ਵਿੱਚ ਜੰਤਰ ਲੈ ਕੇ ਉਹਨੂੰ ਵਜਾਉਂਦਾ ਹੈ ਤੇ ਸਾਰੇ ਰਾਗ ਜਿਹੜੇ ਉਹਦੇ 'ਚੋਂ ਪ੍ਰਗਟ ਕਰ ਦਿੰਦਾ। ਆਪੇ ਸੁਣ ਸੁਣ ਮਗਨ ਹੋਏ, ਆਪੇ ਗੁਣ ਗਾਏ, ਆਪ ਹੀ ਸੁਣ ਰਿਹਾ ਤੇ ਸੁਣ ਸੁਣ ਕੇ ਆਪ ਹੀ ਮਗਨ ਹੋ ਰਿਹਾ ਤੇ ਆਪ ਹੀ ਗੁਣਾਂ ਨੂੰ ਗਾ ਰਿਹਾ ਹੈ। ਹਾਂ, ਇਹ ਜ਼ਰੂਰ ਹੈ, ਜੇ ਸੰਗੀਤ ਨਾਲ ਪਿਆਰ ਨਾ ਹੋਵੇ, ਕੀਰਤਨ ਨਾਲ ਪਿਆਰ ਨਾ ਹੋਵੇ, ਤੇ ਕਈ ਦਫਾ ਗਾਉਣ ਵਾਲਾ ਕਹਿ ਦਿੰਦਾ ਹੈ ਕਿ ਨਹੀਂ ਜੀ ਮੇਰੇ ਕੋਲ ਤੇ ਹੈ ਕੋਈ ਨਹੀਂ, ਸੁਣਨ ਵਾਲਾ ਕੋਈ ਨਹੀਂ। ਪਰ ਸੱਚਾਈ ਇਹ ਹੈ ਕਿ ਸੰਗੀਤ ਇੱਕ ਐਸੀ ਰਹੁ ਹੈ ਕਿ ਜੇ ਸੁਰਤ ਦਾ ਟਿਕਾਊ ਬਣ ਗਿਆ ਤੇ ਜੰਗਲਾਂ ਪਹਾੜਾਂ ਵਿੱਚ ਬੈਠਾ ਵੀ ਆਨੰਦ ਹੈ। ਵੱਡੇ ਵੱਡੇ ਜਿਹੜੇ ਸੰਗੀਤਕਾਰ ਫਨਕਾਰ ਦੇਖਦੇ ਆ, ਜ਼ਰੂਰੀ ਨਹੀਂ ਉਹ ਅੱਠੇ ਪੈਰ ਜਦੋਂ ਵੀ ਗਾਉਣ ਉਹ ਦੁਨੀਆ 'ਚ ਹੀ ਗਾਉਂਦੇ ਨੇ। ਆਪਣੇ ਪਰਸਨਲ ਤੌਰ 'ਤੇ ਵੀ ਜਦੋਂ ਉਹ ਰਿਆਜ਼ ਕਰਦੇ ਨੇ ਉਦੋਂ ਤੇ ਇਕੱਲੇ ਹੀ ਹੁੰਦੇ ਨੇ, ਤੇ ਰਿਆਜ਼ ਕਰਦਿਆਂ ਵੀ ਉਹ ਬੜੇ ਧਿਆਨ ਦੇ ਨਾਲ, ਬੜੀ ਜੁੜੀ ਹੋਈ ਸੁਰਤ ਦੇ ਨਾਲ ਸੰਗੀਤ ਦੇ ਵਿੱਚੋਂ ਰਸ ਲੈਂਦੇ ਨੇ। ਕੀਰਤਨੀਏ ਸਿੰਘ ਜਦੋਂ ਦੇਖਦਿਆਂ ਗਾਉਂਦਿਆਂ ਹੋਇਆਂ ਪਿਆਰ ਦੇ ਵਿੱਚ ਆ ਕੇ ਸੁਭਾਵਿਕ ਉਹਨਾਂ ਦਾ ਸਿਰ ਝੂਮਦਾ ਹੈ। ਸੋ ਇਸ ਤਰ੍ਹਾਂ ਇੱਕ ਦ੍ਰਿਸ਼ਟਾਂਤ ਦਿੰਦੇ ਨੇ ਕਿ ਜਿਵੇਂ ਵਜਾਉਣ ਵਾਲਾ ਆਪ ਹੀ ਵਜਾ ਰਿਹਾ ਸਾਜ਼ ਨੂੰ, ਆਪ ਹੀ ਉਹਦੇ 'ਚੋਂ ਰਾਗ ਕੱਢ ਰਿਹਾ, ਆਪ ਹੀ ਆਪਣੀ ਰਸਨਾ ਤੋਂ ਸ਼ਬਦ ਨੂੰ ਅਲਾਪਦਾ ਪਿਆ ਹੈ ਤੇ ਆਪੇ ਹੀ ਫਿਰ ਉਸ ਧੁਨੀ ਦੇ ਅੰਦਰ, ਉਸ ਸ਼ਬਦ ਦੇ ਵਿੱਚ ਆਪ ਹੀ ਮਗਨ ਹੋ ਜਾਂਦਾ ਹੈ। ਸ਼ਬਦ ਸੁਰਤ ਲਿਵ ਲੀਨ ਹੋਏ, ਆਪ ਰੀਝ ਰਿਝਾਏ। ਇਸ ਤਰ੍ਹਾਂ ਸ਼ਬਦ ਅਤੇ ਸੁਰਤ ਦੀ ਤਾਰ ਦੇ ਵਿੱਚ ਮਗਨ ਹੋ ਕਰਕੇ ਉਹ ਆਪ ਵੀ ਰੀਝਦਾ ਤੇ ਸਭ ਰੀਝ ਰਿਝਾਏ। ਦੂਜੇ ਜਿਹੜੇ ਸੁਣਨ ਵਾਲੇ ਹੁੰਦੇ ਨੇ ਉਹਨਾਂ ਸਾਰਿਆਂ ਨੂੰ ਵੀ ਉਹ ਗਾਉਣ ਵਾਲਾ ਜਿਹੜਾ ਹੈ ਉਹ ਖੁਸ਼ ਕਰ ਦਿੰਦਾ ਹੈ। ਉਸ ਤੋਂ ਬਾਅਦ ਹੁਣ ਜੋ ਕਥਾ ਵਾਰਤਾ ਕਰਦੇ ਉਹਨਾਂ ਦਾ ਜ਼ਿਕਰ ਕਰਕੇ ਕਹਿੰਦੇ, ਕਥਤਾ ਬਕਤਾ ਆਪ ਹੈ, ਸੁਰਤਾ ਲਿਵ ਲਾਏ। ਪਹਿਲਾਂ ਮੈਂ ਇਹਦੇ ਬਾਹਰੀ ਅਰਥ ਕਰ ਰਿਹਾ। ਅੰਤਰੀਵ ਅਰਥ ਇਹਦੇ ਇਹੀ ਨੇ ਕਿ ਕਰਤਾ ਅਕਾਲ ਪੁਰਖ ਪਰਮੇਸ਼ਰ ਇਸ ਤਰ੍ਹਾਂ ਹੈ ਜਿਵੇਂ ਉਸ ਵਾਜੇ ਦੇ ਵਿੱਚ ਪਏ ਹੋਏ ਰਾਗਾਂ ਨੂੰ ਪ੍ਰਗਟ ਕਰਦਾ ਰਾਗੀ ਸਿੰਘ ਜਿਹੜਾ। ਫਿਰ ਇਹਦਾ ਭਾਵ ਇਹ ਦੱਸਦੇ ਨੇ, ਗਾਉਣ ਵਾਲਾ ਰਾਗੀ ਵੀ ਪਰਮੇਸ਼ਰ ਆਪ ਹੀ ਹੈ, ਉਹਦੇ 'ਚ ਵੀ ਪਰਮੇਸ਼ਰ ਦੀ ਜੋਤ ਹੈ। ਜਿਹੜਾ ਸੰਗੀਤ ਪੈਦਾ ਹੋ ਰਿਹਾ, ਸੰਗੀਤ ਰੂਪ ਵੀ ਉਹ ਆਪ ਹੀ ਹੈ, ਆਪ ਹੀ ਸੰਗੀਤ ਨੂੰ ਪੈਦਾ ਕਰ ਰਿਹਾ, ਆਪ ਹੀ ਪਰਮੇਸ਼ਰ ਸਾਡੇ ਸਰੀਰਾਂ 'ਚ ਜੋਤ ਰੂਪ ਹੋ ਕੇ ਗਾ ਰਿਹਾ। ਕਿਉਂਕਿ ਆਪਣੇ 'ਚ ਇੰਨਾ ਬਲ ਨਹੀਂ, ਜਿਸ ਦਿਨ ਜੋਤ ਖਿੱਚ ਲਵੇ ਆਪਾਂ ਤੇ ਬੋਲ ਨਹੀਂ ਸਕਦੇ, ਗਾਉਣਾ ਕੀ। ਸਾਡੇ ਅੰਦਰ ਬਹਿ ਕੇ ਆਪ ਹੀ ਗਾਈ ਜਾ ਰਿਹਾ, ਆਪ ਹੀ ਝੂਮਦਾ ਪਿਆ, ਆਪ ਹੀ ਸੁਣਦਾ ਪਿਆ, ਆਪ ਹੀ ਸੁਣਾਉਂਦਾ ਪਿਆ ਹੈ। ਸੁਣਾਉਣ ਵਾਲਾ ਵੀ ਆਪ,
ਤੇ ਜਿੰਨੇ ਸਾਹਮਣੇ ਸਰੀਰ ਬੈਠੇ ਸੁਣ ਰਹੇ ਨੇ ਉਹ ਸਾਰੇ ਸਰੀਰਾਂ ਦੇ ਵਿੱਚ ਵੀ ਤੇ ਉਹ ਆਪ ਹੀ ਵਰਤਦਾ ਪਿਆ। ਸਾਰਿਆਂ ਦੇ ਅੰਦਰ ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਸਾਰਿਆਂ ਦੇ ਵਿੱਚ ਜੋਤ ਤੇ ਉਸੇ ਦੀ ਹੈ, ਸਾਰਿਆਂ ਦੇ ਵਿੱਚ ਉਹ ਆਪ ਹੀ ਬੈਠਾ ਸੁਣ ਰਿਹਾ। ਸੋ ਅੱਗੇ ਜ਼ਿਕਰ ਕਰਦੇ ਕਥਤਾ ਬਕਤਾ ਆਪ ਹੈ, ਸੁਰਤਾ ਲਿਵ ਲਾਏ। ਉਹ ਕਥਨ ਕਰਨ ਵਾਲਾ ਵੀ ਪਰਮੇਸ਼ਰ ਆਪ ਹੀ ਹੈ। ਹੁਣ ਅਸੀਂ ਕਹਿ ਦਈਏ ਜੀ ਮੈਂ ਕਥਾ ਕਰ ਰਿਹਾ, ਬਿਲਕੁਲ ਨਹੀਂ। ਹਾਂ, ਇਹ ਸਰੀਰ ਜ਼ਰੂਰ ਇੱਕ ਮਾਧਿਅਮ ਬਣਿਆ ਹੋਇਆ, ਪਰ ਸੱਚਾਈ ਇਹ ਹੈ ਇਹਦੇ ਵਿੱਚ ਜੋਤ ਤੇ ਉਹਦੀ ਵਰਤਦੀ ਪਈ ਹੈ। ਹੁਣ ਇਹਦੇ ਅਰਥ ਇਹ ਵੀ ਨਹੀਂ ਕਿ ਅਸੀਂ ਕਹਿ ਦਈਏ ਕਿ ਇਹਦਾ ਮਤਲਬ ਕਿ ਇਹ ਜਿਹੜੀਆਂ ਵਿਚਾਰਾਂ ਹੋ ਰਹੀਆਂ ਨੇ ਤੇ ਇਹ ਜਿਤਨੀ ਵੀ ਵਿਚਾਰ ਹੈ ਇਹਦੇ 'ਚ ਕੱਲ੍ਹ ਨੂੰ ਕੋਈ ਮੈਂ ਗਲਤੀ ਕਰ ਵੀ ਰਿਹਾ ਤੇ ਕਹੀਏ ਵੀ ਪਰਮਾਤਮਾ ਹੀ ਬੋਲਿਆ ਸੀਗਾ ਸਾਰਾ ਕੁਝ, ਐਸਾ ਵੀ ਇਹਦਾ ਅਰਥ ਨਹੀਂ ਕਰ ਸਕਦੇ। ਜੋਤ ਰੂਪ ਸੱਤਿਆ ਚੇਤਨ ਸ਼ਕਤੀ ਦੇ ਕਰਕੇ ਇਹਦੇ ਵਿੱਚ ਆਪ ਗੂੰਜਦਾ। ਉਸ ਤੋਂ ਬਾਅਦ ਉਹਨੇ ਸੋਚਣ ਸ਼ਕਤੀ ਦਿੱਤੀ ਹੈ, ਜੇ ਅਸੀਂ ਨਹੀਂ ਸੋਚੀਏ ਤੇ ਸਾਡੀ ਬੇਵਕੂਫੀ ਹੈ। ਸੋ ਖੈਰ, ਕਥਤਾ ਵੀ ਆਪ ਹੈ ਤੇ ਬਕਤਾ ਵੀ ਆਪ ਹੈ। ਕਥਨ ਕਰਨ ਵਾਲਾ ਵੀ ਪਰਮੇਸ਼ਰ ਜਿਹੜਾ ਉਹ ਆਪ ਹੈ, ਸੁਣਨ ਵਾਲਾ ਵੀ ਸੁਰਤਾ ਲਿਵ ਲਾਏ। ਕਥਤਾ ਬਕਤਾ ਆਪ ਹੋ ਕਰਕੇ ਕਥਾ ਵੀ ਆਪ ਕਰਦਾ ਹੈ ਤੇ ਫਿਰ ਬਕਤਾ ਬੋਲਣ ਵਾਲਾ ਵੀ ਆਪ ਹੈ। ਭਾਵ ਗਿਆਨ ਗੋਦੜੀ ਵੀ ਲਾਉਂਦਾ ਹੈ ਤੇ ਸੁਰਤਾ ਹੋ ਕਰਕੇ, ਗਿਆਨੀ ਹੋ ਕਰਕੇ ਸਾਰਿਆਂ ਨੂੰ ਨਿਰਵਿਕਲਪ ਸਮਾਧੀ ਵੀ ਉਹੀ ਲਵਾਉਂਦਾ ਹੈ। ਸੁਰਤਾ ਲਿਵ ਲਾਏ। ਜਦੋਂ ਸਾਰਿਆਂ ਦੀ ਕਿਤੇ ਕਥਾ 'ਚ ਸਮਾਧੀ ਲੱਗ ਜਾਏ ਤਾਂ ਫਿਰ ਆਪਾਂ ਕਈ ਦਫਾ ਕਹਿੰਦੇ ਵੀ ਭਾਈ ਸਾਹਿਬ ਨੇ ਕਥਾ ਸੋਹਣੀ ਕੀਤੀ। ਨਹੀਂ, ਅਸਲ ਦੇ ਵਿੱਚ ਉਹ ਸਮਾਧੀਆਂ ਲਾਉਣ ਵਾਲਿਆਂ ਦੇ ਅੰਦਰ ਵੀ ਉਹਦੀ ਜੋਤ ਤੇ ਸਮਾਧੀ ਲਵਾਉਣ ਵਾਲੇ ਦੇ ਅੰਦਰ ਵੀ ਉਸ ਪਰਮੇਸ਼ਰ ਦੀ ਹੀ ਜੋਤ ਸੀ ਜੋ ਸਾਰਿਆਂ ਤੇ ਉਹਦਾ ਸ਼ਬਦ ਅਸਰ ਕਰ ਗਿਆ ਹੈ। ਆਪੇ ਆਪ ਵਿਸਮਾਦ ਹੋਏ, ਸਰਬੰਗ ਸਮਾਏ। ਫਿਰ ਜ਼ਿਕਰ ਕਰਦੇ ਉਹ ਆਪ ਹੀ ਸਾਰੇ ਪਾਸੇ ਵਿਸਮਾਦ ਹੋ ਕਰਕੇ, ਵਿਸਮਾਦ ਹੋਏ ਸਰਬੰਗ ਸਮਾਏ, ਅਚਰਜ ਰੂਪ ਹੋ ਕਰਕੇ। ਵਿਸਮਾਦ ਅਚਰਜ ਨੂੰ ਕਹਿੰਦੇ। ਵਿਸਮਾਦ ਰੂਪ ਹੋ ਕਰਕੇ ਸਰਬੰਗ ਭਾਵ ਕਿ ਸਰੀਰ, ਸਾਰੇ ਸਰੀਰਾਂ ਦੇ ਵਿੱਚ ਉਹ ਸਮਾ ਰਿਹਾ। ਫਿਰ ਸਰਬੰਗ ਸਾਡੇ ਸਰੀਰ ਦੇ ਸਾਰੇ ਅੰਗਾਂ ਦੇ ਵਿੱਚ ਹੀ ਉਹ ਸਮਾਇਆ। ਮੈਂ ਕਈ ਦਫਾ ਬੇਨਤੀ ਕਰਦਾ, ਕਦੀ ਕੋਈ ਕਹਿ ਸਕਦਾ ਮੇਰੇ ਹੱਥ ਦੇ ਵਿੱਚ ਆਤਮਾ ਨਹੀਂ, ਮੇਰੇ ਪੈਰ ਦੇ ਵਿੱਚ ਆਤਮਾ ਨਹੀਂ। ਆਤਮਾ ਨੂੰ ਤੁਸੀਂ ਸਰੀਰ ਦੇ ਕਿਸੇ ਇੱਕ ਹਿੱਸੇ ਨਾਲ ਨਹੀਂ ਜੋੜ ਸਕਦੇ। ਜਿਸ ਤਰ੍ਹਾਂ ਅਸੀਂ ਕਹਿੰਦੇ ਦਿਮਾਗ, ਜਦੋਂ ਦਿਮਾਗ ਦੀ ਗੱਲ ਆਵੇ ਆਪਾਂ ਕਹਿੰਦੇ ਵੀ ਖੋਪੜੀ ਦੇ ਵਿੱਚ ਹੈ, ਤੇ ਹੈ ਵੀ। ਹੱਥ ਦੇ ਵਿੱਚ ਤੇ ਦਿਮਾਗ ਹੈ ਨਹੀਂ ਹੈ, ਪੈਰਾਂ ਦੇ ਵਿੱਚ ਤੇ ਦਿਮਾਗ ਹੈ ਨਹੀਂ। ਦੇਖਣ ਸ਼ਕਤੀ ਦੀ ਗੱਲ ਆਵੇ ਆਪਾਂ ਕਹਿੰਦੇ ਅੱਖਾਂ ਦੀ ਨਜ਼ਰ। ਕਦੀ ਇਹ ਨਹੀਂ ਕਹਿੰਦੇ ਮੇਰੇ ਕੰਨਾਂ ਦੀ ਨਜ਼ਰ। ਨਜ਼ਰ ਅੱਖਾਂ ਦੇ ਵਿੱਚ ਹੀ ਵਸਦੀ ਹੈ, ਸੁਣਨ ਸ਼ਕਤੀ ਕੰਨਾਂ ਵਿੱਚ ਵਸਦੀ ਹੈ। ਦਿਮਾਗ ਇਸ ਖੋਪੜੀ ਵਿੱਚ ਹੈ, ਬੁੱਧੀ ਇਸ ਖੋਪੜੀ ਦੇ ਵਿੱਚ ਹੈ। ਦਿਲ ਦੇ ਅੰਦਰ ਦੇ ਵਿਚਾਰ, ਦਿਲ ਨੂੰ ਸਾਡੀ ਬੋਡੀ ਦੇ ਵਿੱਚ ਲੈਫਟ ਸਾਈਡ ਦੀ ਜਗ੍ਹਾ ਹੈ। ਪਰ ਆਤਮਾ ਦੀ ਜਦੋਂ ਗੱਲ ਪਵੇ, ਬੇਸ਼ੱਕ ਆਤਮਾ ਦੀ ਗੱਲ ਕਰਦੇ ਅਸੀਂ ਹੱਥ ਆਪਣੇ ਸਰੀਰ ਵੱਲ ਇੰਜ ਕਰਦੇ ਨੇ, ਛਾਤੀ ਵੱਲ, ਸਾਡੇ ਅੰਦਰ ਆਤਮਾ। ਪਰ ਜੇ ਤੁਸੀਂ ਹੱਥ ਆਪਣੀ ਲੱਤ ਤੇ ਵੀ ਰੱਖ ਕੇ ਕਹਿ ਦਿਓਗੇ ਨਾ ਮੇਰੇ ਸਰੀਰ 'ਚ ਇੱਥੇ ਆਤਮਾ ਹੈ, ਤੇ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਕਿਉਂਕਿ ਆਤਮਾ ਸਾਰੇ ਸਰੀਰ ਦੇ ਵਿੱਚ ਹੈ। ਜਿਸ ਤਰ੍ਹਾਂ ਬਲੱਡ ਸਾਰੇ ਸਰੀਰ ਦੇ ਵਿੱਚ ਹੈ, ਆਤਮਾ ਵੀ ਸਾਰੇ ਸਰੀਰ ਦੇ ਅੰਦਰ ਹੈ। ਸਰਬੰਗ ਹੋਏ, ਸਰਬ ਅੰਗ ਹੋ ਕਰਕੇ, ਅਚਰਜ ਰੂਪ ਹੋ ਕਰਕੇ ਸਾਡੇ ਅੰਦਰ ਪਰਮੇਸ਼ਰ ਵਰਤਦਾ ਹੈ। ਫਿਰ ਸਾਰੇ ਸਰੀਰਾਂ ਦੇ ਅੰਦਰ ਹੀ ਸਰਬੰਗ ਹੋ ਕਰਕੇ ਉਹ ਪਰਮੇਸ਼ਰ ਜਿਹੜਾ ਵਰਤ ਰਿਹਾ ਹੈ। ਆਪੇ ਆਪ ਵਰਤਦਾ ਗੁਰਮੁਖ ਪਤੀ ਆਏ। ਸੋ ਇਸ ਤਰ੍ਹਾਂ ਉਹ ਪਰਮੇਸ਼ਰ ਆਪ ਹੀ ਆਪ ਵਰਤਦਾ, ਪਰ ਗੁਰਮੁਖਾਂ ਨੂੰ ਪ੍ਰਤੀਤ ਹੋਏ, ਜਿਹੜੇ ਗੁਰਮੁਖ ਪਿਆਰੇ ਨੇ ਉਹਨਾਂ ਨੂੰ ਇਸ ਗੱਲ ਦੀ ਪ੍ਰਤੀਤੀ ਹੋ ਆਉਂਦੀ ਹੈ, ਪ੍ਰਤੱਖ ਹੋ ਆਉਂਦਾ ਹੈ। ਉਹਨਾਂ ਦਾ ਇਸ ਗੱਲ 'ਤੇ 100% ਨਿਸ਼ਚਾ ਬੱਝ ਆਉਂਦਾ ਹੈ ਕਿ ਪਰਮੇਸ਼ਰ ਜਿਹੜਾ ਉਹ ਸਾਰੇ ਪਾਸੇ ਆਪ ਹੀ ਆਪ ਉਹ ਵਰਤ ਰਿਹਾ ਹੈ। ਭਾਵੇਂ ਇਸ ਤਰ੍ਹਾਂ ਅਕਾਲ ਪੁਰਖ ਪਰਮੇਸ਼ਰ ਜਿਹੜਾ ਉਹ ਸਾਰਿਆਂ ਦੇ ਅੰਦਰ ਸਮਾਇਆ ਹੋਇਆ ਹੈ। ਹੁਣ ਕਿੰਨਾ ਕੁ ਸਮਾਇਆ ਹੈ, ਤੀਸਰੀ ਪੌੜੀ ਦੇ ਵਿੱਚ ਫਿਰ ਇੱਕ ਹੋਰ ਉਦਾਹਰਨ ਦਿੰਦੇ ਨੇ ਭਾਈ ਸਾਹਿਬ ਜੀ। ਦੇਖੋ, ਮੈਂ ਬੇਨਤੀ ਕਰਾਂ, ਹੁਣ ਤੱਕ ਜਿਤਨੀਆਂ ਵੀ ਪੌੜੀਆਂ ਆਪ ਜੀ ਨੇ ਸਰਵਣ ਕੀਤੀਆਂ ਨੇ, ਇੱਕ ਵਾਰ ਪਹਿਲਾਂ ਸਰਵਣ ਕੀਤੀ ਹੈ ਆਪ ਜੀ ਨੇ, ਸੋ 2 ਪੌੜੀਆਂ ਦੂਸਰੀ ਵਾਰ ਦੀਆਂ ਸਰਵਣ ਕੀਤੀਆਂ। ਗੁਰੂ ਕੀ ਰਹਿਮਤ ਹੈ ਕਿ ਆਪਾਂ ਇੰਨਾ ਸਰਵਣ ਕਰ ਲਿਆ ਹੈ। ਸੋ ਇਹ ਵੀ ਬੇਨਤੀ ਹੈ, ਅੱਗੇ ਜਿੰਨਾ ਵੀ ਸਰਵਣ ਕਰਦੇ ਜਾਓਗੇ, ਅਸੀਂ ਦਾਅਵਾ ਨਹੀਂ ਕਰਦੇ ਅਸੀਂ ਗਿਆਨ ਦੇਵਾਂਗੇ, ਪਰ ਭਾਈ ਸਾਹਿਬ ਜੀ ਦੀ ਇਸ ਪਾਵਨ ਰਚਨਾ ਦੇ ਵਿੱਚ ਇੰਨਾ ਗੂੜ ਗਿਆਨ ਹੈ ਗੁਰਮੁਖੋ ਕਿ ਜੇ ਕਿਤੇ ਹਰ ਗੁਰੂ ਕਾ ਸਿੱਖ ਜਿਹੜਾ ਹੈ, ਹਰ ਘਰ ਵਿੱਚ ਰਹਿਣ ਵਾਲਾ ਗੁਰੂ ਕਾ ਪਿਆਰਾ ਜਿਹੜਾ ਹੈ, ਜਿੱਥੇ ਬਾਣੀ ਪੜ੍ਹਦਾ, ਜੇ ਉੱਥੇ ਨਾਲ ਕਿਤੇ ਭਾਈ ਸਾਹਿਬ ਜੀ ਦੀਆਂ ਇਹਨਾਂ ਵਾਰਾਂ ਨੂੰ ਵੀ ਕਿਤੇ ਹਰ ਗੁਰੂ ਕਾ ਸਿੱਖ ਪੜ੍ਹ ਲਵੇ
ਤੇ ਅਥਾਹ ਗਿਆਨ ਦਾ ਭੰਡਾਰਾ ਜਿਹੜਾ ਗੁਰੂ ਕਿਰਪਾ ਨਾਲ ਉਹਨੂੰ ਪ੍ਰਾਪਤ ਹੋ ਜਾਵੇ। ਸੋ ਕਿਤਨੀਆਂ ਦਲੀਲਾਂ ਦਿੱਤੀਆਂ ਨੇ ਭਾਈ ਸਾਹਿਬ ਜੀ ਨੇ, ਕਈ ਪੌੜੀਆਂ ਤੱਕ ਇਹੀ ਸਮਝਾਉਂਦੇ ਜਾਣਗੇ ਕਿ ਪਰਮੇਸ਼ਰ ਕਿਵੇਂ ਸਾਰਿਆਂ ਦੇ ਵਿੱਚ ਵਰਤਿਆ ਹੋਇਆ। ਆਮ ਅਸੀਂ ਇੱਕ ਉਦਾਹਰਨ ਦੇ ਦਿੰਦੇ ਕਿ ਨਹੀਂ ਜੀ ਉਹ ਬਸ ਸਾਰਿਆਂ ਦੇ ਵਿੱਚ ਵਰਤਦਾ। ਕਿੰਨੀਆਂ ਉਦਾਹਰਨਾਂ ਭਾਈ ਸਾਹਿਬ ਜੀ ਇੱਥੇ ਸਾਨੂੰ ਦੇ ਰਹੇ ਨੇ। ਸੋ ਤੀਸਰੀ ਪੌੜੀ ਜਦੋਂ ਸਰਵਣ ਕਰਦੇ ਤੇ ਭਾਈ ਸਾਹਿਬ ਜ਼ਿਕਰ ਕਰਦੇ, ਆਪੇ ਭੁੱਖਾ ਹੋਏ ਕੈ ਆਪ ਜਾਏ ਰਸੋਈ। ਪਰਮੇਸ਼ਰ ਆਪ ਹੀ ਚਾਹਵਾਨ ਹੋ ਕੇ ਭੁੱਖਾ ਹੋਏ ਕੈ, ਜਦੋਂ ਉਹਨੂੰ ਭੁੱਖ ਲੱਗਦੀ। ਹੁਣ ਸਾਡੇ ਸਰੀਰ ਨੇ, ਇਹਨਾਂ ਦੇ ਵਿੱਚ ਭੁੱਖ ਪੈਦਾ ਹੋ ਰਹੀ ਹੈ, ਤੇ ਭੁੱਖ ਤੇ ਆਤਮਾ ਹੈ ਤਾਂ ਪੈਦਾ ਹੋ ਰਹੀ ਨਾ। ਤੇ ਆਤਮਾ ਕੀ ਹੈ? ਪਰਮਾਤਮਾ ਦਾ ਰੂਪ ਹੈ। ਜੇ ਆਤਮਾ ਨਾ ਹੋਵੇ, ਮੁਰਦੇ ਨੂੰ 4 ਦਿਨ ਲੋਕ ਰੱਖ ਛੱਡਦੇ ਨੇ ਕਿ ਉਹਨੇ ਉੱਠ ਕੇ ਕਿਹਾ ਵੀ ਮੈਨੂੰ ਭੁੱਖ ਲੱਗੀ, 4 ਦਿਨਾਂ ਦਾ ਤੁਸੀਂ ਫ੍ਰਿਜ 'ਚ ਲਾਇਆ, ਜਾਂ ਸਵੇਰ ਦਾ ਮੈਂ ਮਰਿਆ, ਸ਼ਾਮ ਪੈ ਗਈ, ਸੰਸਕਾਰ ਹਾਲੇ ਕੀਤਾ ਨਹੀਂ, ਮੈਨੂੰ ਕੋਈ ਪਾਣੀ ਆਦਿ ਕੀ ਪਿਆ ਦਿਓ। ਨਹੀਂ, ਮੁਰਦੇ ਨੂੰ ਭੁੱਖ ਨਹੀਂ ਲੱਗਦੀ। ਭੁੱਖ ਲੱਗਦੀ ਜਿਹੜੀ ਅੰਦਰ ਆਤਮਾ ਜੋਤ ਬੈਠੀ ਹੋਈ। ਤਾਂ ਭਾਈ ਸਾਹਿਬ ਕਹਿੰਦੇ ਆਪ ਹੀ ਭੁੱਖਾ ਹੋ ਕੇ ਆਪ ਜਾਏ ਰਸੋਈ। ਜਦੋਂ ਰਸੋਈ ਵੱਲ ਨੂੰ ਬੰਦਾ ਭੱਜਦਾ ਵੀ ਕੁਝ ਖਾਣ ਲਈ ਹੈ, ਤੇ ਉਹ ਚੱਲਣ ਵਾਲੇ ਦੇ ਵਿੱਚ ਵੀ ਤਾਂ ਜੋਤ ਉਹੀ ਵਰਤਦੀ, ਉਹੀ ਉਹਨੂੰ ਰਸੋਈ ਤੱਕ ਲੈ ਕੇ ਗਈ, ਨਹੀਂ ਤੇ ਇੱਕ ਕਦਮ ਨਾ ਪੁੱਟਿਆ ਜਾਵੇ। ਸੋ ਇਹ ਪਰਮੇਸ਼ਰ ਜੀ, ਤੁਸੀਂ ਆਪ ਹੀ ਭੁੱਖੇ ਬਣਦੇ ਹੋ, ਆਪ ਹੀ ਉੱਠ ਕੇ ਰਸੋਈ ਵੱਲ ਨੂੰ ਚਲੇ ਜਾਂਦੇ ਹੋ। ਭੋਜਨ ਆਪ ਬਣਾਏਂਦਾ, ਰਸ ਵਿੱਚ ਰਸ ਗੋਈ। ਆਪ ਹੀ ਪਰਮੇਸ਼ਰ ਸੋਹਣਾ ਭੋਜਨ ਜਿਹੜਾ ਤਿਆਰ ਕਰਦਾ ਹੈ। ਘਰ ਦੇ ਵਿੱਚ ਅਸੀਂ ਕਿੰਨੇ ਫਲਾਣੀ ਬੀਬੀ ਨੇ, ਪਤੀ ਕਹੇਗਾ ਪਤਨੀ ਨੇ ਭੋਜਨ ਤਿਆਰ ਕੀਤਾ ਹੈ, ਬੱਚਾ ਕਹੇਗਾ ਮੇਰੀ ਮਾਂ ਨੇ ਭੋਜਨ ਤਿਆਰ ਕੀਤਾ ਹੈ, ਜਾਂ ਜੋ ਵੀ ਸਰੀਰ, ਭਰਾ ਕਹੇਗਾ ਭੈਣ ਨੇ ਭੋਜਨ ਤਿਆਰ ਕੀਤਾ ਹੈ। ਪਰ ਉਹਨਾਂ ਦੇ ਵਿੱਚ ਤਿਆਰ ਕਰਨ ਵਾਲਾ ਕੌਣ ਹੈ? ਤਾਂ ਹਜ਼ੂਰ ਪਾਤਸ਼ਾਹ ਕਹਿੰਦੇ ਐ ਮੇਰੇ ਦਾਤਾ, ਭੋਜਨ ਆਪ ਬਣਾਏਂਦਾ। ਤੂੰ ਆਪ ਹੀ ਸਾਰਾ ਭੋਜਨ ਜਿਹੜਾ ਇਹਨੂੰ ਬਣਾ ਰਿਹਾ, ਤੇ ਰਸ ਵਿੱਚ ਰਸ ਗੋਈ, ਆਪ ਹੀ ਸਾਰੇ ਰਸਾਂ ਦੇ ਵਿੱਚ ਰਸ ਹੋ ਕੇ, ਭਾਵ ਕਿ ਇਹਨਾਂ ਸਾਰੇ ਸਵਾਦਾਂ ਨੂੰ ਸਵਾਦਾਂ ਦੇ ਵਿੱਚ ਮਿਲਾ ਦੇਣਾ। ਭੋਜਨ ਬਣਦਾ ਕਿੰਨਾ ਕੁਛ ਪੈਂਦਾ ਉਹਦੇ ਵਿੱਚ। ਮਿਰਚ ਦਾ ਆਪਣਾ ਸਵਾਦ ਹੈ, ਲੂਣ ਦਾ ਆਪਣਾ ਸਵਾਦ ਹੈ, 2 ਸਬਜ਼ੀਆਂ ਤੁਸੀਂ ਮਿਲਾ ਦਿੱਤੀਆਂ ਨੇ, ਉਹ ਸਬਜ਼ੀ ਦਾ ਆਪਣਾ ਸਵਾਦ ਹੈ, ਪਿਆਜ਼ ਦਾ ਆਪਣਾ ਸਵਾਦ ਹੈ, ਆਲੂ ਦਾ ਆਪਣਾ ਸਵਾਦ ਹੈ। ਕਮਾਲ ਦੀ ਗੱਲ ਹੈ, ਕਿੰਨਾ ਕੁਛ ਪੈਂਦਾ ਸਬਜ਼ੀ ਦੇ ਵਿੱਚ, ਹਰ ਚੀਜ਼ ਦਾ ਆਪਣਾ ਸਵਾਦ ਹੈ। ਇੱਕ ਦਾ ਸਵਾਦ ਦੂਜੇ ਨਾਲ ਨਹੀਂ ਰਲੇਗਾ, ਪਰ ਸਾਰਿਆਂ ਸਵਾਦਾਂ ਨੂੰ ਪਰਮੇਸ਼ਰ ਨੇ ਇੱਕ ਥਾਂ ਤੇ ਇਕੱਠੇ ਕਰ ਦਿੱਤਾ। ਕਿਸੇ ਦਾ ਸਵਾਦ ਨਹੀਂ ਮਰਿਆ, ਇੱਕ ਥਾਂ ਤੇ ਇਕੱਠੇ ਕਰਕੇ ਉਹਨੇ ਉਹੀ ਸਵਾਦ ਜਿਹੜਾ ਉਹਨਾਂ ਵਿੱਚ ਕਾਇਮ ਰੱਖਿਆ। ਕਮਾਲ। ਕਈ ਵਾਰ ਖਾਂਦੇ ਆਪ ਜੀ ਸੋਚ ਕੇ ਦੇਖਿਓ ਕਿ ਇੱਕ ਭੋਜਨ 'ਚ ਇੰਨਾ ਕੁਛ ਪਿਆ, ਉਹਨੂੰ ਤਲਿਆ ਗਿਆ, ਕੀ ਕੁਛ ਕੀਤਾ, ਪਰ ਜਦੋਂ ਕੋਈ ਚੱਖਦਾ ਉਹ ਇੱਕ ਗਰਾਹੀ ਲੈ ਕਰਕੇ ਦੱਸ ਦਿੰਦਾ ਇਹਦੇ 'ਚ ਆਹ ਚੀਜ਼ ਤੁਸੀਂ ਪਾਈ ਹੈ। ਮਤਲਬ ਭਾਵੇਂ ਛੋਟੀ ਜਿਹੀ ਕੋਈ ਚੀਜ਼ ਪਈ ਹੋਵੇ ਜਿਹੜੀ ਘੁਲ ਵੀ ਜਾਵੇ ਉਹਦੇ ਵਿੱਚ, ਤੇ ਖਾਣ ਵਾਲਾ ਕਹਿੰਦਾ ਇਹਦੇ 'ਚ ਆਹ ਚੀਜ਼ ਪਾਈ, ਇੰਨਾ ਕੁਛ ਹੋਣ ਦੇ ਬਾਵਜੂਦ ਵੀ ਉਹਦਾ ਸਵਾਦ ਨਾ ਮਰ ਸਕਿਆ। ਸੋ ਪਰਮੇਸ਼ਰ ਆਪ ਸਾਰੇ ਸਵਾਦਾਂ ਦੇ ਵਿੱਚ ਸਵਾਦਾਂ ਨੂੰ ਮਿਲਾ ਦਿੰਦਾ ਹੈ। ਸੋ ਅੱਗੇ ਜ਼ਿਕਰ ਕਰਦੇ, ਆਪੇ ਖਾਏ ਸਲਾਹੇ ਕੈ ਹੋਏ ਤ੍ਰਿਪਤ ਸਮੋਈ। ਫਿਰ ਪਰਮੇਸ਼ਰ ਆਪ ਹੀ ਖਾ ਰਿਹਾ, ਆਪ ਹੀ ਖਾ ਕੇ ਸਲਾਹ ਰਿਹਾ, ਆਪਣੇ ਬਣਾਏ ਨੂੰ ਫਿਰ ਆਪ ਹੀ ਸਲਾਉਂਦਾ ਹੈ, ਆਪ ਹੀ ਖਾਂਦਾ ਹੈ, ਤੇ ਹੋਏ ਤ੍ਰਿਪਤ ਸਮੋਈ, ਤੇ ਬੜਾ ਤ੍ਰਿਪਤ ਹੋ ਕੇ ਰੱਜ ਕੇ ਆਨੰਦਿਤ ਹੁੰਦਾ ਹੈ। ਸਮੋਈ ਆਨੰਦ ਦੇ ਅੰਦਰ ਸਮਾਉਂਦਾ ਹੈ, ਭਾਵ ਤ੍ਰਿਪਤ ਹੋਣਾ, ਆਨੰਦਿਤ ਹੋਣਾ, ਖੁਸ਼ ਹੋਣਾ ਜਿਵੇਂ ਭੋਜਨ ਖਾ ਕੇ। ਫਿਰ ਜ਼ਿਕਰ ਕਰਦੇ, ਆਪੇ ਰਸੀਆ ਆਪ ਰਸ, ਰਸ ਰਸਨਾ ਭੋਈ। ਆਪ ਹੀ ਰਸੀਆ ਹੈ, ਤੇ ਆਪ ਹੀ ਰਸ ਰੂਪ ਹੈ, ਤੇ ਰਸਾਂ ਦੇ ਵਿਖੇ ਰਸ ਰਸਨਾ ਭੋਈ, ਇਹ ਜੀਵ ਰੂਪ ਹੋ ਕੇ ਆਪ ਹੀ ਇਹ ਸਾਰੇ ਰਸ ਨੂੰ ਮਾਣ ਰਿਹਾ। ਸਵਾਦ ਨੂੰ ਤੇ ਜ਼ੁਬਾਨ ਹੀ ਚੱਖਦੀ ਹੈ ਨਾ, ਕਿਉਂਕਿ ਤੁਸੀਂ ਸਬਜ਼ੀ ਲੈ ਕੇ ਹੱਥ ਦੀ ਤਲੀ ਤੇ ਰੱਖ ਲਓ, ਕੀ ਪਤਾ ਲੱਗੇਗਾ ਇਹਦੇ 'ਚ ਲੂਣ ਘੱਟ ਹੈ ਜਾਂ ਮਿਰਚ ਘੱਟ ਹੈ। ਇਹ ਤੇ ਤੁਹਾਨੂੰ ਤੁਹਾਡੀਆਂ ਇਹ ਰਸਨਾ ਜ਼ੁਬਾਨ ਹੀ ਦੱਸੇਗੀ ਨਾ। ਉਸ ਜ਼ੁਬਾਨ ਦੇ ਵਿੱਚ ਹੁਣ ਦੇਖੋ, ਜ਼ੁਬਾਨ ਵੀ ਤੇ ਚਮੜੇ ਦੀ ਹੈ, ਜ਼ੁਬਾਨ ਕੁਛ ਵੱਖਰੀ ਤਾਂ ਨਹੀਂ, ਹੱਥ ਵੀ ਤੁਹਾਡੇ ਚਮੜੇ ਦੇ ਹੀ ਨੇ, ਸਕਿਨ ਤਾਂ ਸਾਰੀ ਬਰਾਬਰ ਹੀ ਹੈ ਸਰੀਰ ਦੀ, ਪਰ ਕਮਾਲ ਹੈ ਜ਼ੁਬਾਨ ਨੂੰ ਪਤਾ ਲੱਗ ਰਿਹਾ ਕਿ ਲੂਣ ਜ਼ਿਆਦਾ ਹੈ, ਹੱਥ ਨੂੰ ਪਤਾ ਹੀ ਨਹੀਂ ਲੱਗ ਰਿਹਾ। ਉਸ ਜ਼ੁਬਾਨ ਦੇ ਅੰਦਰ ਵੀ ਉਹਦੀ ਖੇਡ ਵਰਤਦੀ ਪਈ ਹੈ, ਜੋਤ ਤੇ ਉੱਥੇ ਵੀ ਹੈ, ਹੱਥ ਦੇ ਵਿੱਚ ਵੀ ਹੈ। ਸੋ ਇਸ ਤਰ੍ਹਾਂ ਭਾਈ ਸਾਹਿਬ ਕਹਿੰਦੇ ਨੇ, ਤੂੰ ਆਪ ਹੀ ਰਸੀਆ ਹੋ ਕੇ, ਆਪ ਹੀ ਉਹ ਰਸ ਬਣ ਕੇ, ਜਿਸ ਰਸ ਨੂੰ ਚੱਖਿਆ ਜਾ ਰਿਹਾ, ਆਪ ਜ਼ੁਬਾਨ ਦਾ ਰਸ ਬਣ ਕੇ, ਤੇ ਉਸ ਚੱਖੇ ਗਏ ਰਸ ਦੇ ਵਿੱਚ ਸਮਾ ਜਾਂਦਾ ਹੈ। ਜਦੋਂ ਜ਼ੁਬਾਨ ਰਸ ਚੱਖਦੀ, ਜ਼ੁਬਾਨ ਦਾ ਰਸ ਉਸ ਭੋਜਨ ਦੇ ਰਸ ਵਿੱਚ ਸਮਾ ਜਾਂਦਾ ਹੈ। ਇਹ ਕੀ ਹੈ ਸਾਰਾ ਕੁਝ? ਤਾਂ ਭਾਈ ਸਾਹਿਬ ਕਹਿੰਦੇ ਉਹ ਕਰਤਾ ਅਕਾਲ ਪੁਰਖ ਪਰਮੇਸ਼ਰ
ਆਪ ਹੀ ਹੈ ਸਾਰਾ ਕੁਝ। ਦਾਤਾ ਭੁਗਤਾ ਆਪ ਹੈ, ਸਰਬੰਗ ਸਮੋਈ। ਪਰਮੇਸ਼ਰ ਆਪ ਹੀ ਦਾਤਾ ਹੈ ਤੇ ਆਪ ਹੀ ਭੁਗਤਾ ਹੈ। ਉਹ ਦਾਤਾਂ ਦੇਣ ਵਾਲਾ ਵੀ ਆਪ ਹੈ ਤੇ ਉਹਦੀਆਂ ਦਿੱਤੀਆਂ ਦਾਤਾਂ ਨੂੰ ਆਪਾਂ ਕਲਯੁਗੀ ਜੀਵ ਮੰਨਦੇ ਹਾਂ। ਤੇ ਜਦੋਂ ਮੰਨਦੇ ਪਏ, ਸਾਡੇ ਸਰੀਰਾਂ 'ਚ ਰਹਿ ਕੇ ਦਾਤਾਂ ਨੂੰ ਭੋਗਦਾ ਵੀ ਤੇ ਉਹੀ ਪਿਆ। ਆਪਾਂ ਨੂੰ ਤੇ ਨਹੀਂ ਪਤਾ ਲੱਗਦਾ। ਜੇ ਸਾਡੇ ਅੰਦਰ ਉਹਦੀ ਜੋਤ ਨਾ ਹੋਵੇ ਤੇ ਹੁਣ ਮੁਰਦੇ ਦੇ ਉੱਤੇ ਕਿੰਨਾ ਕੁਛ ਉਹਦੇ ਮੂੰਹ 'ਚ ਪਾਈ ਜਾਓ, ਕਦੀ ਖਾਏਗਾ? ਮੁਰਦੇ ਦੇ ਉੱਤੇ ਸੋਹਣੇ ਕੱਪੜੇ ਪਾਈ ਜਾਓ, ਕਦੀ ਮਾਣੇਗਾ, ਕਦੀ ਖੁਸ਼ ਹੋਏਗਾ? ਸੋ ਅਸੀਂ ਜਿੰਨੀਆਂ ਦਾਤਾਂ ਨੂੰ ਭੋਗਦੇ ਹਾਂ, ਸਾਡੇ ਅੰਦਰ ਉਹ ਆਪ ਹੀ ਭੁਗਤਾ ਰੂਪ ਹੋ ਕਰਕੇ ਭੋਗਦਾ ਪਿਆ ਹੈ। ਇਸ ਲਈ ਕਹਿੰਦੇ ਨੇ ਸਰਬੰਗ ਸਮੋਈ, ਤੂੰ ਸਾਰੇ ਸਰੀਰਾਂ ਦੇ ਅੰਗਾਂ ਦੇ ਅੰਦਰ ਸਮਾ ਰਿਹਾ ਹੈ। ਫਿਰ ਸਤ ਚਿਤ ਆਨੰਦ ਸਰੂਪ ਹੋ ਕਰਕੇ ਸਾਰੀ ਸ੍ਰਿਸ਼ਟੀ, ਸਾਰੇ ਬ੍ਰਹਿਮੰਡ, ਸਾਡੇ ਸਰੀਰਾਂ, ਸਾਡੀ ਸੁਰਤ, ਸਾਡੇ ਮਨ, ਸਾਡੀ ਧੁਨੀ, ਸਾਰਿਆਂ ਦੇ ਅੰਦਰ ਤੂੰ ਸਮਾਇਆ ਹੋਇਆ। ਆਪੇ ਆਪ ਵਰਤਦਾ ਗੁਰਮੁਖ ਸੁਖ ਹੋਈ। ਸੋ ਅਖੀਰ ਕਹਿੰਦੇ ਨੇ ਕਿ ਪਰਮੇਸ਼ਰ ਆਪ ਹੀ ਸਾਰੀਆਂ ਥਾਵਾਂ ਤੇ ਵਰਤਦਾ। ਜਿਹੜੇ ਗੁਰਮੁਖ ਪਿਆਰੇ, ਜਿਨ੍ਹਾਂ ਨੂੰ ਸੋਝੀ ਆ ਗਈ, ਜਿਹਨੂੰ ਸਾਹਿਬ ਕਹਿੰਦੇ ਇੱਕ ਨਾ ਨੂੰ ਸਭ ਸੋਝੀ ਆਈ, ਜਿਨ੍ਹਾਂ ਨੂੰ ਸੋਝੀ ਆ ਗਈ, ਉਹ ਫਿਰ ਕੀ ਗੁਰਮੁਖ ਸੁਖ ਹੋਈ। ਉਹ ਇਸ ਮਹਾਨ ਸੁਖ ਨੂੰ ਪ੍ਰਾਪਤ ਕਰ ਲੈਂਦੇ, ਉਹ ਜਾਣ ਲੈਂਦੇ, ਇਸ ਮਹਾਨ ਸੁਖ ਨੂੰ ਮਾਣਦੇ ਹਨ। ਭਾਵ ਇਹੀ ਹੈ, ਇਹ ਸਾਰੀ ਪੌੜੀ ਦੇ ਅੰਦਰ ਭਾਈ ਸਾਹਿਬ ਨੇ ਜੋ ਦ੍ਰਿਸ਼ਟਾਂਤ ਦੇ ਕੇ ਸਾਨੂੰ ਸਮਝਾਇਆ ਕਿ ਕਰਤਾ ਅਕਾਲ ਪੁਰਖ ਪਰਮੇਸ਼ਰ ਆਪ ਹੀ ਰਸੋਈ ਪਕਾਉਂਦਾ ਹੈ, ਆਪ ਹੀ ਖਾਣ ਵਾਲਾ ਹੈ। ਇਸ ਤਰ੍ਹਾਂ ਉਹ ਪਰਮੇਸ਼ਰ ਦੀ ਵਿਆਪਕਤਾ ਜਿਹੜੀ ਹੈ ਉਹ ਦੱਸੀ ਹੈ। ਭਾਵ ਉਹਦੇ ਵਾਂਗੂ ਨਿਰਇੱਛਤ ਵਾਹਿਗੁਰੂ ਇੱਛਾ ਕਰਕੇ ਸੰਸਾਰ ਰਚਦਾ ਹੈ ਤੇ ਰਚਿਆ ਵੇਖ ਕੇ ਇਹ ਸਾਰੇ ਸੰਸਾਰ ਨੂੰ ਆਪ ਹੀ ਪ੍ਰਸੰਨ ਹੁੰਦਾ ਹੈ। ਆਪ ਹੀ ਸੰਸਾਰ ਰਚ ਰਿਹਾ, ਆਪ ਹੀ ਇਹਦੇ ਵਿੱਚ ਬੈਠਾ, ਆਪ ਹੀ ਇਹਨੂੰ ਦੇਖ ਦੇਖ ਕੇ ਪ੍ਰਸੰਨ ਹੋਈ ਜਾਂਦਾ ਹੈ। ਜੋ ਆਸਾ ਕੀ ਵਾਰ ਅੰਦਰ ਪੜ੍ਹਦੇ ਹੋ, ਕਰ ਆਸਣ ਡਿੱਠੋ ਚਾਓ। ਸ੍ਰਿਸ਼ਟੀ ਨੂੰ ਵੇਖ ਕੇ ਆਪ ਹੀ ਵਿੱਚ ਆਸਣ ਲਾਇਆ, ਆਪਣੀਆਂ ਖੇਡਾਂ ਨੂੰ ਦੇਖ ਕੇ ਆਪ ਹੀ ਉਹ ਆਨੰਦਿਤ ਹੋ ਰਿਹਾ ਹੈ। ਸੋ ਅੱਗੇ ਚੌਥੀ ਪੌੜੀ ਦੇ ਵਿੱਚ ਹੁਣ ਜ਼ਿਕਰ ਕਰਦੇ ਨੇ, ਆਪੇ ਪਲੰਗ ਵਿਛਾਏ ਕੈ ਆਪ ਅੰਦਰ ਸੌਂਦਾ। ਪਲੰਗ ਵੀ ਆਪ ਹੀ ਵਿਛਾਉਂਦਾ ਪਿਆ। ਜਿਸ ਤਰ੍ਹਾਂ ਆਪਾਂ ਘਰਾਂ ਦੇ ਵਿੱਚ ਕਿਸੇ ਨੇ ਨੌਕਰ ਰੱਖੇ ਹੋਣ ਤੇ ਉਹ ਸੋਹਣੀ ਚਾਦਰਾਂ ਵਿਛਾਉਂਦੇ ਨੇ, ਉਹਨਾਂ ਦੇ ਵਿੱਚ ਤੇ ਵੀ ਉਹਦੀ ਜੋਤ ਹੀ ਵਰਤਦੀ। ਸਰੀਰਕ ਤੌਰ ਤੇ ਅਸੀਂ ਫਰਕ ਕੀਤੇ ਹੋਏ ਨੇ, ਦੁਨੀਆ ਰਹਿੰਦੀ ਤੱਕ ਕਰਦੇ ਰਹਿਣਾ, ਸਾਡੇ ਸੁਭਾਅ ਬਣ ਚੁੱਕੇ ਨੇ। ਪਰ ਪਲੰਗ ਵਿਛਾਉਣ ਵਾਲਾ ਵੀ ਉਹ, ਤੇ ਪਲੰਗ ਦੇ ਉੱਤੇ ਜਦੋਂ ਜਾ ਕੇ ਸੌਂ ਜਾਂਦੇ ਹਾਂ, ਸੌਣ ਵਾਲਿਆਂ ਦੇ ਵਿੱਚ ਵੀ ਉਹੀ ਹੈ। ਸੋ ਇਸ ਲਈ ਕਹਿੰਦੇ ਆਪ ਹੀ ਪਲੰਗ ਵਿਛਾ ਕੇ ਆਪ ਅੰਦਰ ਸੌਂਦਾ। ਉਸ ਪਲੰਗ ਦੇ ਉੱਤੇ ਜਾ ਕੇ ਆਪ ਹੀ ਉਸ ਅੰਦਰ ਦੇ ਵਿੱਚ ਜਾ ਕੇ ਸੌਂਦਾ ਹੈ। ਸੋਹਣੇ ਅੰਦਰ ਜਾਏ ਕੈ ਦੇ ਸੰਤਰ ਭਾਉਂਦਾ। ਇਸ ਤਰ੍ਹਾਂ ਸੋਹਣੇ, ਸੋਹਣੇ ਦਾ ਅਰਥ ਹੈ ਸੁਪਨੇ ਦੇ ਵਿੱਚ ਜਾ ਕਰਕੇ, ਸੋਹਣੇ ਅੰਦਰ, ਸੋਹਣੇ ਭਾਵ ਸੁਪਨੇ ਦੇ ਵਿੱਚ, ਦੇ ਸੰਤਰ ਭਾਉਂਦਾ। ਜਦੋਂ ਆਪਾਂ ਸੁਪਨੇ ਲੈਂਦੇ ਪਏ, ਆਪਾਂ ਬੈੱਡ ਦੇ ਉੱਤੇ ਹੁੰਨੇ ਆ, ਦੁਨੀਆ ਭਰ ਦਾ ਰਟਨ ਜਿਹੜਾ ਹੈ ਉਹ ਆਪਾਂ ਸੁਪਨੇ ਦੇ ਅੰਦਰ ਕਰ ਆਉਂਦੇ ਹਾਂ। ਜਿਹਨੂੰ ਬਾਣੀ ਦੇ ਅੰਦਰ ਵੀ ਬਚਨ ਪੜ੍ਹਦੇ ਹੋ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਵਿਚਰਤ ਦੁੱਖ ਪਾਇਆ, ਸੋ ਗਤ ਪਈ ਹਮਾਰੀ। ਉਹਨੂੰ ਸਿੰਘਾਸਨ ਤੇ ਖੈਰ ਨੀਂਦ ਆ ਗਈ, ਪਰ ਨੀਂਦ ਦੇ ਵਿੱਚ ਹੀ ਸੁਪਨਾ ਆਏਗਾ। ਤੇ ਸੁਪਨੇ ਦੇ ਵਿੱਚ ਅਛਤ ਰਾਜ ਵਿਚਰਤ ਦੁੱਖ ਪਾਇਆ, ਸੋ ਗਤ ਪਈ ਹਮਾਰੀ। ਸੁਪਨਾ ਕੌਣ ਲੈ ਰਿਹਾ? ਮੁਰਦੇ ਨੂੰ ਤੇ ਕਦੀ ਸੁਪਨਾ ਨਹੀਂ ਆਏਗਾ ਨਾ। ਅੱਖਾਂ ਤੇ ਉਹਦੀਆਂ ਵੀ ਬੰਦ ਹੀ ਨੇ, ਤੇ ਸੁੱਤੇ ਬੰਦੇ ਦੀਆਂ ਵੀ ਅੱਖਾਂ ਬੰਦ ਹੈ, ਪਰ ਮੁਰਦਾ ਸੁਪਨੇ ਨਹੀਂ ਲੈਂਦਾ। ਸੋ ਸੁਪਨਾ ਕੌਣ ਲੈ ਰਿਹਾ ਹੈ? ਆਤਮਾ, ਖਿਆਲ ਕਿੱਧਰ ਨੂੰ ਜਾ ਰਹੇ ਸੁਪਨੇ ਵਿੱਚ? ਤਾਂ ਇੱਥੇ ਭਾਈ ਸਾਹਿਬ ਜੀ ਕਹਿੰਦੇ ਸੁਪਨਾ ਵੀ ਆਪ ਲੈਂਦਾ ਤੇ ਸੁਪਨੇ ਦੇ ਵਿੱਚ ਦੇਸ਼ਾਂ ਦੇਸ਼ਾਂਤਰਾਂ ਦੇ ਵਿੱਚ ਪਾਉਂਦਾ ਵੀ ਆਪ ਹੈ। ਰੰਕ ਰਾਓ, ਰਾਓ ਰੰਕ ਹੋਏ, ਦੁੱਖ ਸੁੱਖ ਵਿੱਚ ਪਾਉਂਦਾ। ਇਸ ਤਰ੍ਹਾਂ ਸੁਪਨੇ ਦੇ ਵਿੱਚ ਕੀ ਹੁੰਦਾ ਹੈ? ਰੰਕ ਤੋਂ ਰਾਜਾ ਹੋ ਜਾਂਦਾ ਹੈ ਤੇ ਰਾਜੇ ਤੋਂ ਰੰਕ ਹੋ ਜਾਂਦਾ ਹੈ। ਕੰਗਾਲ ਤੋਂ ਬਾਦਸ਼ਾਹ ਬਣਿਆ ਹੁੰਦਾ ਬੰਦਾ ਸੁਪਨੇ 'ਚ, ਤੇ ਕਈ ਵਾਰ ਬਾਦਸ਼ਾਹਾਂ ਤੋਂ ਕੰਗਾਲ ਹੋਇਆ ਪਿਆ ਹੁੰਦਾ। ਸੋ ਜੋ ਦ੍ਰਿਸ਼ਟਾਂਤ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਸੁਪਨੇ ਦੇ ਵਿੱਚ ਹੁਣ ਸਿੰਘਾਸਨ ਦੇ ਉੱਤੇ ਬੈਠਾ ਹੈ, ਚੌਰ ਹੁੰਦੇ ਪਏ ਨੇ, ਵੱਡਾ ਦਰਬਾਰ ਲੱਗਾ, ਅੱਖ ਝੌਕਾ ਲੱਗਾ ਨੀਂਦ ਦਾ, ਸੁਪਨੇ ਦੇ ਵਿੱਚ ਭਿਖਾਰੀ ਹੋ ਗਿਆ। ਭਿਖਾਰੀ ਵੀ ਨਹੀਂ ਇਕੱਲਾ ਹੋਇਆ, ਕੀ ਦੇਖਦਾ? ਕਿੰਨਾ ਲੰਮਾ ਚੌੜਾ ਪਰਿਵਾਰ ਬਣਿਆ ਪਿਆ, ਬੱਚੇ ਹੋਏ ਪਏ ਨੇ, ਗਾਂ ਉਹਨਾਂ ਦੇ ਵੀ ਅਗਾਂਹ ਲੰਮਾ ਪਰਿਵਾਰ ਹੋਇਆ ਪਿਆ। ਕਿੱਧਰ ਦੀ ਕਿੱਧਰ 2-4-10 ਮਿੰਟਾਂ ਦੀ ਉਸ ਨੀਂਦ ਦੇ ਵਿੱਚ ਕਿੰਨਾ ਪਸਾਰਾ ਪਸਾਰ ਕੇ ਜਦੋਂ ਅੱਖ ਖੁੱਲ੍ਹੀ ਤੇ ਉੱਠ ਕੇ ਕਹਿੰਦਾ ਮੇਰੇ ਬੱਚੇ ਕਿੱਥੇ ਨੇ?
ਸੋ ਇਸ ਤਰ੍ਹਾਂ ਰਾਜਾ ਭਿਖਾਰੀ ਬਣ ਜਾਂਦਾ ਤੇ ਭਿਖਾਰੀ ਬੰਦਾ ਕਈ ਵਾਰ ਸਾਡੇ ਵਰਗਾ ਗਰੀਬੜਾ ਜਿਹਾ ਜਿਹੜਾ ਉਹ ਸੁਪਨੇ ਦੇ ਵਿੱਚ ਬਾਦਸ਼ਾਹੀਆਂ ਭੋਗਦਾ ਪਿਆ ਹੁੰਦਾ। ਸੋ ਇਸ ਤਰ੍ਹਾਂ ਭਾਈ ਸਾਹਿਬ ਜੀ ਕਹਿੰਦੇ ਸੱਚ ਤੇ ਇਹ ਹੈ, ਪਰਮੇਸ਼ਰ ਆਪ ਹੀ ਗਰੀਬ ਤੋਂ ਅਮੀਰ ਹੋ ਜਾਂਦਾ, ਸੁਪਨੇ 'ਚ ਅਮੀਰ ਤੋਂ ਗਰੀਬ ਹੋ ਜਾਂਦਾ, ਦੁੱਖ ਸੁੱਖ ਵਿੱਚ ਪਾਉਂਦਾ ਤੇ ਦੁੱਖ ਤੇ ਸੁੱਖ ਦੇ ਵਿੱਚ ਆਪ ਹੀ ਪੈਂਦਾ ਹੈ। ਆਪਾਂ ਤੇ ਬੈੱਡ ਦੇ ਉੱਤੇ ਪਏ ਹੋਏ ਆ, ਸਾਡਾ ਸਰੀਰ ਤੇ ਕਿਤੇ ਨਹੀਂ ਗਿਆ। ਸੁਪਨੇ ਦੇ ਵਿੱਚ ਦੁੱਖ ਮਿਲਿਆ ਸਰੀਰ ਦੇ ਉੱਤੇ, ਤੇ ਸੁਪਨੇ ਦੇ ਵਿੱਚ ਤੇ ਬੰਦੇ ਦੇ ਸਰੀਰ ਦੇ ਉੱਤੇ ਝਰੀਟਾਂ, ਜ਼ਖਮ, ਬਹੁਤ ਕੁਝ ਹੋ ਜਾਂਦਾ। ਪਰ ਜਦੋਂ ਉੱਠ ਕੇ ਆਪਣੇ ਸਰੀਰ ਨੂੰ ਹੱਥ ਲਾ ਕੇ ਘਾਬਰਿਆ ਹੋਇਆ ਵੇਂਦਾ, ਚੰਗਾ ਭਲਾ ਮੈਨੂੰ ਤਾਂ ਕੁਝ ਵੀ ਨਹੀਂ ਹੋਇਆ। ਸੋ ਇਸ ਤਰ੍ਹਾਂ ਸੁਪਨੇ ਦੇ ਦੁੱਖ ਤੇ ਸੁੱਖ ਦੇ ਵਿੱਚ ਵੀ ਆਪ ਹੀ ਪੈਂਦਾ ਹੈ। ਤੱਤਾ ਸੀਰਾ ਹੋਏ ਜਲ, ਆਵਟਣ ਖਾਉਂਦਾ। ਸੋ ਤੱਤਾ ਤੇ ਠੰਡਾ, ਸੀਰਾ ਕਹਿੰਦੇ ਨੇ ਠੰਡੇ ਨੂੰ, ਤੱਤਾ ਗਰਮ ਨੂੰ। ਸੋ ਜਿਸ ਤਰ੍ਹਾਂ ਪਾਣੀ ਜਿਹੜਾ ਹੈ ਕਦੀ ਤੱਤਾ ਹੁੰਦਾ ਹੈ, ਕਦੀ ਠੰਡਾ ਹੁੰਦਾ ਹੈ, ਇਸੇ ਤਰ੍ਹਾਂ ਜਲ ਦੇ ਵਾਂਗ ਉਹ ਕੜਨੀ ਨੂੰ ਸਹਾਰਦਾ ਹੈ ਕਰਤਾ ਪਰਮੇਸ਼ਰ ਜਿਹੜਾ। ਜਿਵੇਂ ਪਾਣੀ ਠੰਡ ਤੇ ਤੱਤੇ ਨੂੰ ਆਪਣੇ ਤਨ ਦੇ ਉੱਤੇ, ਧੁੱਪ ਤੇ ਸਰਦੀ ਨੂੰ ਸਹਾਰਦਾ, ਇਸ ਤਰ੍ਹਾਂ ਸਾਡੇ ਸਰੀਰਾਂ ਦੇ ਵਿੱਚ ਰਹਿ ਕਰਕੇ ਉਹ ਕਈ ਪ੍ਰਕਾਰ ਦੇ ਦੁੱਖ ਸੁੱਖ ਜਿਹੜੇ ਇਹਨਾਂ ਨੂੰ ਸਹਾਰਦਾ। ਹਰਖ ਸੋਗ ਵਿੱਚ ਧਾਵਦਾ, ਚਾਵਾਏ ਚਾਹੁੰਦਾ। ਸੋ ਹਰਖ ਸੋਗ ਦੇ ਵਿੱਚ ਧਾਵਦਾ, ਦੌੜਦਾ। ਜਦੋਂ ਖੁਸ਼ੀ ਹੋਵੇ ਆਪਾਂ ਭੱਜੇ ਫਿਰਦੇ, ਪੁੰਜੇ ਪੈਰ ਨਹੀਂ ਲੱਗਦਾ ਬੰਦੇ ਦਾ। ਉਹ ਭੱਜਣ ਵਾਲਿਆਂ ਵਿੱਚ ਕੌਣ ਹੈ? ਪਰਮੇਸ਼ਰ ਹੀ ਤੇ ਹੈ। ਜਦੋਂ ਦੁੱਖ ਆਉਂਦਾ ਬੰਦਾ ਢੇਰੀ ਢਾਹ ਕੇ ਥੱਲੇ ਬਹਿ ਜਾਂਦਾ। ਉਹੀ ਬੰਦਾ ਜਿਹੜਾ ਭੱਜਿਆ ਫਿਰਦਾ ਸੀ, ਪੁੰਜੇ ਪੈਰ ਨਹੀਂ ਸੀ ਲੱਗਦਾ, ਜਿਵੇਂ ਕੋਈ ਦੁੱਖ ਸਿਰ ਤੇ ਆ ਪਿਆ, ਰੱਬ ਨਾ ਕਰੇ ਕੋਈ ਕਹਾਣੀ ਬਣ ਜਾਂਦੀ, ਤਾਂ ਫਿਰ ਉਹਨੂੰ ਦੋ ਜਣੇ ਲੈ ਕੇ ਤੁਰਦੇ ਨੇ। ਇੰਨਾ ਕੁ ਦੁਖੀ ਹੋ ਜਾਂਦਾ, ਆਪਣੇ ਪੈਰਾਂ ਤੇ ਖੜਾ ਵੀ ਨਹੀਂ ਹੋ ਸਕਦਾ ਹੁੰਦਾ। ਸੋ ਇਸ ਤਰ੍ਹਾਂ ਭਾਈ ਸਾਹਿਬ ਜੀ ਕਹਿੰਦੇ ਹਰਖ ਤੇ ਸੋਗ ਦੇ ਵਿੱਚ ਧਾਵਦਾ ਵੀ ਆਪ ਹੈ, ਚਾਵਾਏ ਚਾਹੁੰਦਾ। ਤੇ ਚਾਵਾਏ ਚਾਹੁੰਦਾ ਦਾ ਅਰਥ ਹੁੰਦਾ ਬੋਲਦਾ। ਉਹ ਬੋਲਦਾ ਵੀ ਆਪ ਹੀ ਹੈ। ਜਦੋਂ ਖੁਸ਼ੀ 'ਚ ਬੰਦਾ ਉੱਚੀ ਉੱਚੀ ਕਲਕਾਰੀਆਂ ਮਾਰ ਕੇ ਬੋਲ ਰਿਹਾ, ਉਦੋਂ ਵੀ ਪਰਮੇਸ਼ਰ ਹੀ ਹੈ ਅੰਦਰ। ਤੇ ਜਦੋਂ ਦੁੱਖ ਦੇ ਵਿੱਚ ਚੀਕਾਂ ਮਾਰ ਮਾਰ ਕੇ ਹਾਏ ਹਾਏ ਕਰਕੇ ਰੋਂਦਾ ਹੈ, ਉਸ ਦਿਨ ਵੀ ਕਰਤਾ ਪਰਮੇਸ਼ਰ ਆਪ ਹੀ ਵਿੱਚ ਬੋਲਦਾ ਪਿਆ ਹੈ। ਸੋ ਇਸ ਤਰ੍ਹਾਂ ਜ਼ਿਕਰ ਕਰਦੇ ਨੇ ਕਿ ਸੁਪਨੇ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਮੈਂ ਦੁਖੀ ਹਾਂ, ਜਦੋਂ ਕਿ ਅਸਲ ਦੇ ਵਿੱਚ ਉਹ ਸਾਡੇ ਅੰਦਰਲੀ ਜੋਤ ਹੀ ਸਾਨੂੰ ਇਹ ਸੋਝੀ ਜਿਹੜੀ ਹੈ ਦਿੰਦੀ ਹੈ। ਭਾਵ ਜਿਸ ਤਰ੍ਹਾਂ ਦੀ ਰਾਤ ਕੱਟੀ ਆਪਾਂ ਬੋਲ ਕੇ ਦੱਸਦੇ ਹਾਂ, ਮੈਂ ਰਾਤ ਇਸ ਤਰ੍ਹਾਂ ਦੀ ਕੱਟੀ, ਮੇਰੀ ਰਾਤ ਇਸ ਤਰ੍ਹਾਂ ਦੀ ਬਤੀਤ ਹੋਈ। ਸੋ ਜਦੋਂ ਸੁਖੋਪਿਤ ਦੇ ਵਿੱਚ ਗਏ ਤਾਂ ਵੱਡੇ ਹਰਖ ਆਨੰਦ ਨਾਲ ਸੁੱਤਾ, ਮੈਨੂੰ ਕੁਝ ਖਬਰ ਹੀ ਨਹੀਂ ਰਹੀ। ਆਪਾਂ ਇੰਝ ਵੀ ਕਹਿ ਦਿੰਦੇ ਭਾਈ ਅੱਜ ਤੇ ਸੁੱਤਿਆਂ ਕੋਈ ਪਤਾ ਹੀ ਨਹੀਂ ਲੱਗਾ ਕਿੱਥੇ ਸੁੱਤੇ ਪਏ ਸੀ। ਸੁਖੋਪਿਤ ਅਵਸਥਾ ਵਿੱਚ ਜਦੋਂ ਚਲੇ ਗਏ, ਹਰਖ ਦਾ ਕੋਈ ਪਤਾ ਹੀ ਨਹੀਂ ਰਿਹਾ। ਇੰਨੀ ਆਪਾਂ ਕਹਿੰਦੇ ਬੜੀ ਗੂੜੀ ਨੀਂਦ ਆਈ, ਕੁਝ ਪਤਾ ਹੀ ਨਹੀਂ ਲੱਗਾ ਅਸੀਂ ਕਿੱਥੇ ਪਏ ਹਾਂ। ਸੋ ਇਹ ਸਾਰੀਆਂ ਨੀਂਦ ਦੀਆਂ, ਸੁਪਨ, ਸੁਖੋਪਤ, ਇਹ ਸਾਰੀਆਂ ਅਵਸਥਾ ਜਿਹੜੀਆਂ ਨੇ ਇਹਨਾਂ ਦੇ ਵਿੱਚ ਪਰਮੇਸ਼ਰ ਆਪ ਹੀ ਵਰਤਦਾ। ਸੋ ਪੌੜੀ ਦੀ ਸੰਪੂਰਨਤਾ ਕਰਦਿਆਂ ਕਹਿੰਦੇ ਆਪੇ ਆਪ ਵਰਤਦਾ, ਗੁਰਮੁਖ ਸੁਖ ਰਹੁੰਦਾ। ਸੋ ਇਸ ਤਰ੍ਹਾਂ ਉਹ ਪਰਮੇਸ਼ਰ ਆਪ ਸਾਰੇ ਪਾਸੇ ਆਪਣਾ ਵਰਤਾਰਾ ਜਿਹੜਾ ਆਪੇ ਆਪ ਵਰਤਦਾ, ਸਾਰਾ ਵਰਤਾਰਾ ਆਪ ਵਰਤਾ ਕੇ ਵਿੱਚ ਵਰਤਦਾ ਤੇ ਸਾਖੀ ਰੂਪ ਹੋ ਕਰਕੇ ਗੁਰਮੁਖ ਸੁਖ ਰਹੁੰਦਾ। ਉਹ ਸਾਖੀ ਰੂਪ ਹੋ ਕਰਕੇ ਸਾਰੇ ਭੇਤ ਨੂੰ ਗੁਰਮੁਖ ਜਿਹੜਾ ਉਹ ਸਮਝ ਲੈਂਦਾ, ਉਹਦੇ ਵਿੱਚ ਪਰਮੇਸ਼ਰ ਸਾਖੀ ਹੋ ਜਾਂਦਾ ਹੈ। ਸੋ ਇਸ ਤਰ੍ਹਾਂ ਇਸ ਪੌੜੀ ਦੇ ਅੰਦਰ ਭਾਈ ਸਾਹਿਬ ਨੇ ਇਹ ਸਮਝਾਇਆ। ਇਸ ਪੌੜੀ ਵਿੱਚ ਸੌਣ ਵਾਲੇ ਦਾ ਦ੍ਰਿਸ਼ਟਾਂਤ ਦਿੱਤਾ ਹੈ ਕਿ ਉਹ ਪਰਮੇਸ਼ਰ ਜਿਹੜਾ ਆਪੇ ਹੀ ਮੰਜਾ ਡਾਹ ਲੈਂਦਾ, ਆਪੇ ਹੀ ਵਿਛਾਈ ਕਰ ਲੈਂਦਾ, ਆਪ ਹੀ ਸੌਂ ਜਾਂਦਾ, ਆਪ ਹੀ ਸੁਪਨੇ ਦੇਖਦਾ, ਸੁਪਨਿਆਂ ਦੇ ਵਿੱਚ ਆਪ ਹੀ ਸੁੱਖ ਤੇ ਦੁੱਖ ਨੂੰ ਭੋਗਦਾ ਹੈ, ਆਪ ਇਹ ਸਾਰੀ ਰਚਨਾ ਨੂੰ ਰਚ ਕੇ ਤੇ ਸਾਖੀ ਰੂਪ ਹੋ ਕਰਕੇ ਗੁਰਮੁਖਾਂ ਦੇ ਵਿੱਚ ਆਪ ਹੀ ਇਹ ਸਾਰੇ ਪਾਸੇ ਨੂੰ ਦੇਖਦਾ ਤੇ ਗੁਰਮੁਖਾਂ ਨੂੰ ਇਸ ਗੱਲ ਦੀ ਸਮਝ ਆਉਂਦੀ। ਸੋ ਭਾਵ ਗੁਰਮੁਖ ਸੁਖ ਰਹੁੰਦਾ, ਆਪੇ ਆਪ ਵਰਤਦਾ ਆਪ ਹੀ ਹੈ, ਪਰ ਸਾਖੀ ਹੋ ਕਰਕੇ ਦੇਖਦਾ ਸਾਰੇ ਪਸਾਰੇ ਨੂੰ। ਜੋ ਗੁਰਮੁਖ ਪਿਆਰਾ ਹੈ ਉਹਨੂੰ ਇਸ ਗੱਲ ਦੀ ਸਮਝ ਆ ਜਾਂਦੀ ਕਿ ਉਹ ਪਰਮੇਸ਼ਰ ਆਪ ਹੀ ਸਾਰੇ ਵਰਤਦਾ ਹੈ। ਸੋ ਇਸ ਤਰ੍ਹਾਂ ਭਾਈ ਸਾਹਿਬ ਜੀ ਨੇ ਇਸ ਪਾਵਨ ਦੂਸਰੀ ਵਾਰ ਦੀ ਪ੍ਰਾਰੰਭਤਾ ਕਰਦਿਆਂ ਪਹਿਲੀ ਪੌੜੀ ਦੇ ਅੰਦਰ ਪਰਮੇਸ਼ਰ ਨੂੰ ਸ਼ੀਸ਼ੇ ਦਾ ਦ੍ਰਿਸ਼ਟਾਂਤ ਦੇ ਕੇ ਸਾਨੂੰ ਸਮਝਾਇਆ ਕਿ ਉਹ ਸਾਰੇ ਸੰਸਾਰ ਨੂੰ ਵੇਂਦਾ ਹੈ। ਦੂਸਰੀ ਪੌੜੀ ਵਿੱਚ ਵਾਜੰਤਰੀ ਸਾਜ਼ ਵਜਾਉਣ ਵਾਲੇ ਦਾ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਉਹ ਸਰਬ ਵਿਆਪਕ ਹੈ। ਤੀਜੀ ਪੌੜੀ ਦੇ ਵਿੱਚ ਆਪੇ ਭੁੱਖਾ ਹੋਏ ਕੈ ਆਪ ਜਾਏ ਰਸੋਈ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਉਹ ਭੋਜਨ ਵੀ ਆਪ ਕਰਦਾ,
ਬਣਾਉਂਦਾ ਵੀ ਆਪ, ਮਾਣਦਾ ਵੀ ਆਪ, ਭੋਗਦਾ ਵੀ ਆਪ, ਖਾਂਦਾ ਵੀ ਆਪ। ਚੌਥੀ ਪੌੜੀ ਦੇ ਵਿੱਚ ਫਿਰ ਪਲੰਘ ਨੂੰ ਵਿਛਾ ਕੇ ਉਹ ਸੁੱਤਾ ਵੀ ਆਪ ਹੈ, ਭੋਜਨ ਕਰਕੇ ਜਾਗਦਾ ਵੀ ਆਪ ਹੈ, ਸੁਪਨੇ ਨੂੰ ਵੀ ਆਪ ਮਾਣਦਾ ਹੈ। ਸੋ ਇਸ ਤਰ੍ਹਾਂ ਸਾਰੇ ਪਾਸੇ ਪਰਮੇਸ਼ਰ ਆਪ ਵਿਆਪਕ ਹੈ। ਸੋ ਇਸ ਤਰ੍ਹਾਂ 4 ਪੌੜੀਆਂ ਸੰਪੂਰਨ ਹੋਈਆਂ ਨੇ। ਅਗਲੀਆਂ ਪੌੜੀਆਂ ਦੇ ਅੰਦਰ ਵੀ ਭਾਈ ਸਾਹਿਬ ਜੀ ਇਸ ਮਹਾਨ ਰਚਨਾ ਦੇ ਮਹਾਨ ਖਜ਼ਾਨੇ ਦੇ ਵਿੱਚੋਂ ਸਾਨੂੰ ਪਰਮੇਸ਼ਰ ਦੇ ਇਸ ਤਰ੍ਹਾਂ ਪਿਆਰੇ ਪਿਆਰੇ ਦ੍ਰਿਸ਼ਟਾਂਤ ਦੇ ਕੇ ਸਮਝਾਉਣਗੇ ਕਿ ਉਹ ਕਿਸ ਤਰ੍ਹਾਂ ਸਰਵੱਤਰ ਵਿਆਪਕ ਹੈ। ਸੋ ਇਹੀ ਬੇਨਤੀ ਹੈ, ਇਹਨਾਂ ਨੂੰ ਵੱਧ ਤੋਂ ਵੱਧ ਆਪਾਂ ਸਰਵਣ ਕਰੀਏ ਤਾਂ ਕਿ ਸਾਨੂੰ ਭਾਈ ਸਾਹਿਬ ਜੀ ਦੀ ਇਸ ਪਾਵਨ ਰਚਨਾ, ਇਸ ਮਹਾਨ ਖਜ਼ਾਨੇ ਦੇ ਵਿੱਚੋਂ ਕੋਈ ਜੀਵਨ ਜਾਂਚ, ਕੋਈ ਕਰਤਾ ਪੁਰਖ ਪਰਮੇਸ਼ਰ ਦੇ ਘਰ ਦੀ ਸਮਝ ਪੈ ਸਕੇ। ਸੋ ਹੋਈਆਂ ਭੁੱਲਾਂ ਦੀ ਖਿਮਾ, ਸਹਿਬ ਸਮੱਤ ਦੀ ਦਾਤ ਬਖਸ਼, ਨਿਵਾਜਨਾ ਕਰਨ। ਹਰਖ ਸੋਗ ਵਿੱਚ ਧਾਵਦਾ, ਚਾਵਾਏ ਚਾਹੁੰਦਾ, ਆਪੇ ਆਪ ਵਰਤਦਾ, ਗੁਰਮੁਖ ਸੁਖ ਰਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।